ਜਸਟਿਸ ਦੇਖ ਰਹੇ ਤੁਸੀਂ, मैं KP ਸਿੰਘ ਟੂ ਦਾ ਪੁਆਇੰਟ ਤੁਹਾਡਾ ਸਭ ਦਾ ਸਵਾਗਤ ਕਰਦਾ। ਕੇਂਦਰ ਦੀ ਸਰਕਾਰ ਨੇ 3 ਖੇਤੀ ਕਾਨੂੰਨ ਵਾਪਸ ਲਏ। ਦੋਨਾਂ ਸਦਨਾਂ ਦੇ ਵਿੱਚ ਇਸ ਤੇ ਬਿੱਲਾਂ ਦਾ ਕਿਹਾ ਮੋਹਰ ਲੱਗ ਚੁੱਕੀ ਹੈ। ਉਸ ਤੋਂ ਬਾਅਦ ਪੰਜਾਬ ਦੀ ਕਾਂਗਰਸ ਸਰਕਾਰ ਮੁੱਖ ਮੰਤਰੀ ਚੰਦ ਸਿੰਘ ਚੰਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਇਸ ਚਿੱਠੀ ਵਿੱਚ ਪੂਰਨ ਕਰਜ਼ ਮਾਫੀ ਦੀ ਸਕੀਮ ਲਿਆਉਣ ਬਾਰੇ ਕਿਹਾ ਗਿਆ, ਨਾਲ ਇਹ ਕਿਹਾ ਗਿਆ ਕਿ ਅਸੀਂ ਆਪਣਾ ਹਿੱਸਾ ਪਾਉਣ ਨੂੰ ਤਿਆਰ ਹਾਂ। ਇਹ ਚਿੱਠੀ ਮੇਰੇ ਕੋਲ ਪਈ ਹੈ। ਇਹ ਚਿੱਠੀ ਦੇ ਵਿੱਚ ਹੋਰ ਕੀ ਕੁਛ ਹੈਗਾ ਉਸ ਦੇ ਬਾਰੇ ਤਾਂ ਅਸੀਂ ਚਰਚਾ ਕਰਾਂਗੇ, ਪਰ ਸ਼ੁਰੂਆਤ ਦੇ ਵਿੱਚ ਹੀ ਨਰਿੰਦਰ ਮੋਦੀ ਦੇ ਸਪੈਲਿੰਗ ਆ ਜਿਹੜੇ ਉਹ ਗਲਤ ਲਿਖੇ ਹੋਏ ਆ। ਅਖੀਰ ਦੇ ਵਿੱਚ ਜਿਹੜੇ ਅਖੀਰ ਤੇ ਲਿਖਿਆ ਉਹ ਸਪੈਲਿੰਗ ਸਹੀ ਲਿਖੇ ਹੋਏ ਆ। ਤਾਂ ਮਸਲਾ ਸਪੈਲਿੰਗ ਦਾ ਨਹੀਂ ਹੈਗਾ, ਮਸਲਾ ਸਕੀਮ ਦਾ ਹੈਗਾ। ਸਕੀਮ ਹੈ ਜਿਹੜੀ ਉਸ ਵਿੱਚ ਕਿਸ ਤਰੀਕੇ ਨਾਲ ਅੱਗੇ ਵਧਿਆ ਜਾਊਗਾ। ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਇਹ ਵਾਅਦਾ ਕੀਤਾ ਸੀਗਾ ਤੇ ਹੁਣ ਚੰਦ ਸਿੰਘ ਚੰਨੀ ਨੂੰ ਇਹ ਟੈਨਸ਼ਨ ਪੈ ਗਈ ਹੈ ਕਿ ਕੇਂਦਰ ਦੀ ਸਰਕਾਰ ਕਿਸਾਨਾਂ ਅੱਗੇ ਝੁਕ ਗਈ ਹੈ ਤੇ ਹੁਣ ਸਾਡਾ ਕੀ ਹੋਵੇਗਾ, ਕਿਉਂਕਿ ਕਿਸਾਨਾਂ ਨੇ ਕਹਿ ਦਿੱਤਾ ਕਿ ਹੁਣ ਪੂਰਨ ਕਰਜ਼ ਮਾਫੀ ਦੇ ਲਈ ਚੰਨੀ ਸਰਕਾਰ ਨੂੰ ਵੀ ਘੇਰਾ ਪਾਇਆ ਜਾਵੇਗਾ। ਅਸੀਂ ਸਵਾਲ ਕਿਉਂ ਪੁੱਛਾਂਗੇ ਕਿ ਕਿਸਾਨਾਂ ਨੇ ਕਸੂਤੇ ਫਸਾਏ ਚੰਨੀ। ਵੱਡਾ ਸਵਾਲ ਇਸ ਡਿਬੇਟ ਦੇ ਵਿੱਚ ਜਿਹੜਾ ਅਸੀਂ ਪੁੱਛਣ ਜਾ ਰਹੇ ਹਾਂ, ਵੱਡਾ ਸਵਾਲ ਅਸੀਂ ਇਹ ਪੁੱਛਾਂਗੇ ਕਿ ਬੈਕਫੁੱਟ ਤੇ ਆਈ ਮੋਦੀ ਸਰਕਾਰ ਨੇ ਪੰਜਾਬ 'ਚ ਚੰਨੀ ਸਰਕਾਰ ਦੀ ਵੀ ਟੈਨਸ਼ਨ ਵਧਾਈ। ਇਸੇ ਸਵਾਲ ਤੇ ਬਹਿਸ ਹੋਵੇਗੀ। ਪੈਨਲ ਜਿਹੜਾ ਸਾਡੇ ਨਾਲ ਹੈ ਉਹਨਾਂ ਤੁਹਾਡਾ ਤਾਰਫ ਕਰਾਉਣਾ ਤੇ ਉਸ ਤੋਂ ਬਾਅਦ ਡਿਬੇਟ ਸ਼ੁਰੂ ਕਰਦੇ ਹਾਂ। ਡਾਕਟਰ ਪਹਿਲਾ ਗਰਗ ਸਾਬਕਾ ਰਜਿਸਟਰਾਰ ਨੇ ਬਾਫਰੀ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਦੇ ਪੀਡੀਟੀਸ਼ਨ ਨੇ ਤੇ ਇਸ ਤੋਂ ਇਲਾਵਾ ਖੇਤੀ ਕਾਨੂੰਨਾਂ ਨੂੰ ਚੰਗੀ ਤਰ੍ਹਾਂ ਇਹਨਾਂ ਨੇ ਪੜ੍ਹਿਆ ਸੀਗਾ ਤੇ ਉਸ ਬਾਬਤ ਲਿਖਿਆ ਵੀ ਬਹੁਤ ਕੁਛ ਹੈ। ਇਕਨੋਮਿਕਸ ਬਾਰੇ ਚੰਗੀ ਤਰ੍ਹਾਂ ਜਾਣਦੇ ਆ ਤੇ ਪੋਲਿਟਿਕਸ ਬਾਰੇ ਵੀ ਚੰਗੀ ਤਰ੍ਹਾਂ ਜਾਣਦੇ। ਇਸ ਕਰਕੇ ਡਾਕਟਰ ਗਰਗ ਨੂੰ ਸੱਦਿਆ। ਡਾਕਟਰ ਗਰਗ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਕਮਲਜੀਤ ਸਿੰਘ ਬਰਾੜ ਕਾਂਗਰਸ ਸਪੋਕਸਪਰਸਨ ਹੈ। ਇਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜਾਣ ਤੋਂ ਬਾਅਦ ਇਹ ਹੁਣ ਕਹਿੰਦੇ ਆ ਕਿ ਸਾਰੇ ਮਸਲੇ ਹੱਲ ਕਰਾਂਗੇ। ਵੱਡੇ ਵੱਡੇ ਨਾਅਰੇ ਨਾਲ ਲਿਖੇ, ਬੱਸਾਂ ਤੇ ਵੀ ਲਿਖ ਦਿੱਤੇ ਆ। ਬਰਾੜ ਸਾਹਿਬ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਸਾਨਾਂ ਦੇ ਮਾਮਲੇ ਤੇ ਹੁਣ ਕੇਂਦਰ ਵੱਲ ਮੂੰਹ ਕਿਉਂ ਕਰ ਲਿਆ। ਕਮਲਜੀਤ ਸਿੰਘ ਬਰਾੜ ਤੁਹਾਡਾ ਬਹੁਤ ਸਵਾਗਤ ਹੈ। ਅਮਨਜੋਤ ਕੌਰ ਰਾਮੂਵਾਲੀਆ ਭਾਰਤੀ ਜਨਤਾ ਪਾਰਟੀ ਸਪੋਕਸਪਰਸਨ ਹੈ। ਇਹਨਾਂ ਨੇ ਵੀ ਪਾਰਟੀ ਬੀਜੇਪੀ ਜੁਆਇਨ ਕੀਤੀ ਹੈ ਤੇ ਉਹ ਬੀਜੇਪੀ ਲਗਾਤਾਰ ਸਵਾਲ ਖੜੇ ਕਰਦੀ ਪਈ ਸੀ ਪੰਜਾਬ ਦੀ ਸਰਕਾਰ ਤੋਂ ਕਿਸਾਨ ਕਿਉਂ ਨਹੀਂ ਸਵਾਲ ਚੁੱਕਦੇ ਪਏ, ਤੇ ਹੁਣ ਪੰਜਾਬ ਦੀ ਸਰਕਾਰ ਤੋਂ ਕਿਸਾਨਾਂ ਨੇ ਸਵਾਲ ਚੁੱਕਣੇ ਸ਼ੁਰੂ ਕੀਤੇ ਤਾਂ ਨਾਲ ਹੀ ਚੰਨੀ ਸਾਹਿਬ ਨੇ ਚਿੱਠੀ ਲਿਖ ਦਿੱਤੀ ਹੈ ਤੇ ਹੁਣ ਬੀਜੇਪੀ ਕੀ ਕਹਿੰਦੀ ਹੈ ਇਹਨਾਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਬੀਜੇਪੀ ਕਾਰਪੋਰੇਟ ਦੀ ਸੁਣਦੀ ਹੈ ਜਾਂ ਕਿਸਾਨਾਂ ਦੀ ਸੁਣਦੀ ਹੈ, ਇਹਨਾਂ ਸਵਾਲ ਹੋਣਗੇ। ਰਾਮੂਵਾਲੀਆ ਤੁਹਾਡਾ ਬਹੁਤ ਸਵਾਗਤ ਹੈ। ਰਿਟਾਇਰਡ ਮੇਜਰ ਆਰਪੀਐਸ ਮਲਹੋਤਰਾ ਆਮ ਆਦਮੀ ਪਾਰਟੀ ਸਪੋਕਸਪਰਸਨ ਹੈ ਤੇ ਪਟਿਆਲਾ ਜਿੱਥੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਹੇ ਆ ਉਸ ਸ਼ਹਿਰ ਤੋਂ ਆਉਂਦੇ ਤੇ ਉਸ ਸ਼ਹਿਰ ਤੋਂ ਸਿਆਸਤ ਕਿਹੋ ਜਿਹੀ ਸ਼ੁਰੂ ਹੁੰਦੀ ਹੈ, ਕਿਉਂਕਿ ਸਵਾਲ ਇਹ ਹੈ ਕਿ ਕਿਸਾਨਾਂ ਤੋਂ ਲੱਡੂ ਕੈਪਟਨ ਅਮਰਿੰਦਰ ਸਿੰਘ ਖਾ ਗਏ ਤੇ ਫਸ ਚੰਨੀ ਗਏ ਆ। ਉਹ ਇਹਨਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਹ ਵਾਰ-ਵਾਰ ਕਹਿ ਰਿਹਾ ਸ਼ੋਸ਼ੇਬਾਜ਼ੀ ਨਾ ਕਰੋ। ਚੰਨੀ ਸਾਹਿਬ, ਮਲਹੋਤਰਾ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾ ਸਵਾਲ ਕਮਲਜੀਤ ਸਿੰਘ ਬਰਾੜ ਤੁਹਾਨੂੰ ਕਰਨਾ ਚਾਹੂੰਗਾ। ਕਮਲਜੀਤ ਸਿੰਘ ਬਰਾੜ, ਵਾਅਦਾ ਤੁਸੀਂ ਕਰੋ ਭਰੇ ਕੇਂਦਰ ਹਿੱਸਾ ਕੇਂਦਰ ਦੇਵੇ, ਕਿਉਂ ਬਰਾੜ ਸਾਹਿਬ ਕਿ ਗਿਣਤੀ ਮਿਣਤੀ ਗਲਤ ਹੋ ਗਈ ਕਿ 2019 ਦੇ ਵਿੱਚ ਮੋਦੀ ਸਰਕਾਰ ਨਹੀਂ ਆਉਂਦੀ, ਕਾਂਗਰਸ ਸਰਕਾਰ ਆਊਗੀ ਤੇ ਅਸੀਂ ਸੈਂਟਰ ਤੋਂ ਲੈ ਕੇ ਕਰ ਦਾਂਗੇ ਕੰਮ ਪੂਰਾ। ਬਰਾੜ ਸਾਹਿਬ ਬੋਲੋ। ਕੇਪੀ ਜੀ, ਪੰਜਾਬ ਹਿੰਦੁਸਤਾਨ ਦੀ ਭਾਰਤ ਦੀ ਕੇਂਦਰੀ ਭੁਜਾ ਹੈ ਤੇ ਸਾਡੇ ਬਹੁਤ ਜ਼ਿਆਦਾ ਸੂਬਿਆਂ ਦੇ ਸਰੋਤ ਆ ਜਿਹੜੇ ਆਮਦਨ ਦੇ ਸਾਧਨ ਨੇ ਉਹ ਕੇਂਦਰ ਕੋਲ ਨਹੀਂ ਤੇ ਸਾਡਾ ਫਰਜ਼ ਬਣਦਾ, ਸਾਡਾ ਹੱਕ ਬਣਦਾ, ਇਹ ਸਵਾਲ ਨਹੀਂ ਉੱਠਣਾ ਚਾਹੀਦਾ। ਇਸ ਸਵਾਲ ਦੇ ਨਾਲ ਪਹਿਲ ਕਦਮੀ ਕੀਤੀ ਪੰਜਾਬ ਨੇ ਤੇ ਇਹਦੇ ਨਾਲ ਸਪੋਰਟ ਕਰਨੀ ਚਾਹੀਦੀ ਹੈ, ਇਹਦੀ ਸ਼ਲਾਘਾ ਕਰਨੀ ਬਣਦੀ ਹੈ ਕਿ ਹਾਂਜੀ ਜੇ ਕਿਸੇ ਹੋਰ ਬਰਾੜ ਸਾਹਿਬ ਸਪੋਰਟ ਅਸੀਂ ਕਰਦੇ, ਬਰਾੜ ਸਾਹਿਬ ਅਸੀਂ ਵੀ ਸਪੋਰਟ ਕਰਦੇ। ਬਰਾੜ ਸਾਹਿਬ ਤੁਸੀਂ ਕਿਉਂ ਵਾਅਦਾ ਕੀਤਾ, ਹੁਣ ਤੁਸੀਂ ਕੇਂਦਰ ਵੱਲ ਨੂੰ ਤੁਰ ਪਏ, ਤੁਹਾਨੂੰ ਪਤਾ ਕਿਸਾਨ ਤੁਹਾਨੂੰ ਘੇਰਾ ਪਾਉਣ ਲੱਗੇ ਆ। ਕਿਸਾਨ ਘੇਰਾ ਪਾਉਣ ਜੀ ਸਦਕੇ ਕਿਸਾਨਾਂ ਦਾ ਅਧਿਕਾਰ ਹੈ, ਲੋਕਤੰਤਰਿਕ ਅਧਿਕਾਰ ਹੈ, ਇਕੱਲੇ ਕਿਸਾਨਾਂ ਦਾ ਨਹੀਂ ਹਰੇਕ ਵਰਗ ਦਾ ਅਧਿਕਾਰ ਹੈ ਆਪਣੀ ਗੱਲ ਰੱਖੇ, ਸਰਕਾਰ ਦਾ ਘਿਰਾਓ ਕਰੇ, ਆਪਦੀ ਗੱਲ ਕਿਸਾਨ ਲੋਕਾਂ ਤੱਕ ਸਰਕਾਰਾਂ ਤੱਕ ਪਹੁੰਚਾਉਣੀ ਹਰੇਕ ਦਾ ਅਧਿਕਾਰ ਹੈ। ਪਰ ਮੈਂ ਫਿਰ ਵੀ ਇਹ ਗੱਲ ਕਹਿਣਾ 2707 ਕਰੋੜ ਰੁਪਈਆ ਕਿਸਾਨਾਂ ਦਾ ਜਿਹੜਾ ਮਾਫ ਕੀਤਾ ਹੈ ਉਹ ਕਾਂਗਰਸ ਦੀ ਸਰਕਾਰ ਨੇ ਕੀਤਾ। ਅੱਜ ਤੱਕ ਕਿੰਨੀਆਂ ਸਰਕਾਰਾਂ ਪੰਜਾਬ ਚ ਆਈਆਂ, ਕਿੰਨੀਆਂ ਸਰਕਾਰਾਂ ਹਿੰਦੁਸਤਾਨ ਦੇ ਭਾਰਤ ਦੇ ਹੋਰ ਸੂਬਿਆਂ ਚ ਆਈਆਂ, ਅੱਜ ਤੱਕ ਇੱਕ ਨਵਾਂ ਪੈਸਾ ਨਹੀਂ ਕਿਸੇ ਨੇ ਮਾਫ ਕੀਤਾ। ਇੱਥੋਂ ਤੱਕ ਕਿ 5 ਵਾਰੀ ਕਿਸਾਨਾਂ ਦੀਆਂ ਵੋਟਾਂ ਲੈ ਕੇ ਬਾਦਲ ਸਾਹਿਬ ਮੁੱਖ ਮੰਤਰੀ ਬਣ ਗਏ ਆ, ਅੱਜ ਤੱਕ ਉਹਨਾਂ ਨੇ ਇੱਕ ਨਵਾਂ ਪੈਸਾ ਨਹੀਂ ਮਾਫ ਕੀਤਾ। ਅਸੀਂ ਹੁਣ ਫਿਰ ਪਹਿਲ ਕਦਮੀ ਕੀਤੀ, ਅਸੀਂ ਬੇਜ਼ਮੀਨੇ ਕਿਸਾਨਾਂ ਦਾ ਵੀ 520 ਕਰੋੜ ਮਾਫ ਕੀਤਾ ਹੈ। ਪਰ ਜੇ ਅਸੀਂ ਇਹ ਕੇਂਦਰ ਨੂੰ ਲਿਖ ਕੇ ਸਾਡਾ ਫਰਜ਼ ਬਣਦਾ ਸੀ, ਅਸੀਂ ਸਾਡਾ ਅਧਿਕਾਰ ਹੈ, ਸਾਡੇ ਆਮਦਨ ਦੇ ਸਰੋਤ ਕੇਂਦਰ ਕੋਲ ਆ, ਜੀਐਸਟੀ ਕੇਂਦਰ ਕੋਲ, ਇਨਕਮ ਟੈਕਸ ਕੇਂਦਰ ਕੋਲ ਜਾਂਦਾ ਹੈ। ਚਲੋ ਠੀਕ ਹੈ, ਮੈਂ ਵਾਪਸ ਆ ਜਾਊਗਾ ਬਰਾੜ ਸਾਹਿਬ, ਵਾਪਸ ਆ ਜਾਊਗਾ। ਬੀਜੇਪੀ ਦਾ ਮੈਨੂੰ ਟੇਕ ਲੈ ਲੈਣ ਦਿਓ। ਤੇ ਤੁਸੀਂ 5000 ਕਰੋੜ ਤੋਂ ਥੱਲੇ ਜਿਹੜਾ ਕਰਜ਼ਾ ਮਾਫ ਕਰਨ ਦਾ ਦਾਅਵਾ ਕਰਦੇ ਹੋ ਤੇ ਇਸ ਦੇ ਨਾਲ ਸਵਾਲ ਇਹ ਵੀ ਹੈਗਾ ਕਿਉਂਕਿ 90000 ਕਰੋੜ ਦੀ ਤੁਸੀਂ ਗੱਲ ਕੀਤੀ ਸੀ, ਉਸ ਤੋਂ ਬਾਅਦ ਕਰਜ਼ਾ ਬਹੁਤ ਵੱਧ ਗਿਆ ਹੈਗਾ। ਅਮਨਜੋਤ ਕੌਰ ਰਾਮੂਵਾਲੀਆ, ਤੁਹਾਡੇ ਤੇ ਸਵਾਲ ਇਹ ਉੱਠਦੇ ਆ ਕਿ ਤੁਸੀਂ ਤਾਂ ਕਾਰਪੋਰੇਟ ਦੀ ਸਰਕਾਰ ਹੋ, ਤੁਸੀਂ ਕਿੱਥੇ ਸੁਣਨੀ ਇਹਨਾਂ ਦੀ, ਨਾ ਕਿਸਾਨਾਂ ਦੀ ਸੁਣੋ ਤੁਸੀਂ, ਨਾ ਖੇਤ ਮਜ਼ਦੂਰਾਂ ਦੀ ਸੁਣੋ। ਸਭ ਤੋਂ ਪਹਿਲਾਂ ਤਾਂ ਮੈਂ ਸਭ ਨੂੰ ਵਧਾਈ ਦਿੰਦੀ ਆ ਕਿ ਕਿਸਾਨਾਂ ਦਾ ਜੋ ਮਸਲਾ ਉਹ ਹੱਲ ਹੋ ਗਿਆ। ਐਸਾ ਪ੍ਰਧਾਨ ਮੰਤਰੀ ਜੋ ਇੱਕ ਪਾਸੇ ਚਾਈਨਾ ਨਾਲ ਲੋਹਾ ਲੈ ਰਿਹਾ
ਔਰ ਪਾਕਿਸਤਾਨ ਨੂੰ ਦਬਾ ਰਿਹਾ। ਆਪਾਂ ਉਹਨਾਂ ਚਾਈਨਾ ਨੇ- ਪਾਕਿਸਤਾਨ ਦੀ ਗੱਲ ਤੋਂ ਬਾਹਰ ਰਹੀ ਹੈ ਅਮਨਜੋਤ ਕੌਰ ਜੀ, ਆਪਣੇ ਕੋਲ ਟਾਈਮ ਉਹਨਾਂ ਕੀ ਹੁੰਦਾ, ਆਪਾਂ ਕਿਰਪਾ ਕਰਕੇ ਟੌਪਿਕ ਤੇ ਫੋਕਸ ਕਰੀਏ ਤਾਂ ਜ਼ਿਆਦਾ ਬਿਹਤਰ ਹੈ ਅਮਨਜੋਤ ਜੀ। ਜਾਣ ਲੱਗੀ ਸੀ। ਹਾਂ ਹਾਂ ਆਪਾਂ ਬਾਰਡਰਾਂ ਤੇ ਰਹਿੰਦੇ ਆ, ਦਿੱਕਤ ਇਹੀ ਹੈ, ਚਾਈਨਾ ਪਾਕਿਸਤਾਨ ਦੇ ਬਾਰਡਰ ਦੀ ਗੱਲ ਕਰਦੇ ਆਪਾਂ ਦਿੱਲੀ ਦੇ ਬਾਰਡਰ ਦੀ ਗੱਲ ਘੱਟ ਕਰਦੇ ਸੀਗੇ। ਹਾਂ ਬੋਲੋ ਜੀ ਅਮਨਜੋਤ ਜੀ। Brother, allow me, please. ਹਾਂ ਬੋਲੋ 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 ਔਰ please। ਐਸੇ ਪ੍ਰਧਾਨ ਮੰਤਰੀ ਨੇ ਕਿਸਾਨਾਂ ਦੇ ਪ੍ਰੇਮ ਦੇ ਵਿੱਚ ਸਾਰਾ ਜਿਹੜਾ 3 ਕਾਨੂੰਨ ਸੀ, ਹਾਲਾਂਕਿ ਭਲੇ ਲਈ ਸੀ, ਪਰ ਫਿਰ ਵੀ ਵਾਪਸ ਲੈ ਲਏ। ਇਹਦੇ ਅਸੀਂ ਸਾਰੇ ਵਧਾਈ ਦੇ ਪਾਤਰ ਆ। ਦੂਜੀ ਗੱਲ ਇਹ ਆ ਕਿ ਤੁਸੀਂ ਆਪ ਹੀ ਵੈਸੇ ਮੇਰਾ ਮਸਲਾ ਹੱਲ ਕਰ ਦਿੱਤਾ ਕਿ ਵਾਅਦਾ ਜੋ ਹੈ ਇਹ ਕਾਂਗਰਸ ਸਰਕਾਰ ਨੇ ਕੀਤਾ ਸੀਗਾ ਕਿ ਅਸੀਂ ਕਰਜ਼ੇ ਮਾਫ ਕਰਾਂਗੇ। ਹੁਣ ਦਿੱਲੀ ਦੀ ਸਰਕਾਰ ਦੇ ਗਲ ਪਾ ਰਹੇ ਆ, ਕਿਉਂਕਿ ਸਰਕਾਰ ਨੇ ਜਿਹੜਾ ਜਿਹੜਾ ਕਿਸਾਨਾਂ ਦਾ ਮਸਲਾ ਸੀ 3 ਕਾਨੂੰਨ ਉਹ ਵਾਪਸ ਲੈ ਲਏ। ਇਹਨਾਂ ਨੂੰ ਉਮੀਦ ਨਹੀਂ ਸੀ, ਇਹ ਹਵਾ ਦਿੰਦੇ ਸੀ। ਮੈਂ ਫਿਗਰਸ ਦੇਣਾ ਚਾਹੁੰਦੀ ਆ ਕਿ 1 ਲੱਖ ਕਰੋੜ ਤੋਂ ਵੱਧ ਹਿੰਦੁਸਤਾਨ ਦੀ ਸਰਕਾਰ ਨੇ ਕਿਸਾਨਾਂ ਦੇ ਖਾਤਿਆਂ ਚ ਪਾਏ ਆ। 6000 ਰੁਪਇਆ ਹਰ ਕਿਸਾਨ ਦੇ ਖਾਤੇ ਚ ਅਮਨਜੋਤ ਪਾਇਆ। ਅਮਨਜੋਤ ਕੌਰ ਜੀ ਮੈਂ ਫਿਗਰ ਤੁਹਾਡੇ ਤੋਂ ਮੈਂ ਲੈ ਲੈਣਾ ਨਹੀਂ, ਮੇਰੇ ਸਵਾਲ ਦਾ ਜਵਾਬ ਦੇ ਦਿਓ। 1 ਰੁਪਿਆ ਕਿਸਾਨਾਂ ਦਾ ਕਰਜ਼ ਮਾਫੀ ਕੀਤੀ ਹੈ ਕੇਂਦਰ ਦੀ ਸਰਕਾਰ ਨੇ? ਨਹੀਂ, ਕੇਂਦਰ ਦੀ ਸਰਕਾਰ ਤਾਂ ਕਰਜ਼ ਮਾਫੀ ਕਰ ਹੀ ਰਹੀ ਹੈ। ਚਲੋ ਮੈਂ ਪੁੱਛ ਰਿਹਾ ਨਾ ਅਮਨਜੋਤ ਜੀ 1 ਰੁਪਿਆ ਵੀ ਕਿਸਾਨਾਂ ਦੀ ਕਰਜ਼ ਮਾਫੀ ਕੀਤੀ ਹੈ ਕੇਂਦਰ ਸਰਕਾਰ ਨੇ? ਬਿਲਕੁਲ ਕਰ ਰਹੀ ਹੈ, ਕਰਜ਼ ਮਾਫੀ ਕਰ ਰਹੀ। ਇਹਨਾਂ ਨੇ ਜੇ ਵਾਅਦਾ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਕਰ ਰਹੀ ਆ ਕਿ ਅਸੀਂ ਕਰਜ਼ਾ ਮਾਫ ਕਰਾਂਗੇ, ਔਰ ਹੁਣ ਚਲੋ ਮੈਂ 2 ਸਵਾਲ ਇਕੱਠੇ ਕਰ ਅਮਨਜੋਤ ਜੀ 2 ਸਵਾਲ ਇਕੱਠੇ ਕਰ ਲੈਣਾ ਜੀ। ਅਮਨਜੋਤ ਜੀ ਕਾਰਪੋਰੇਟਸ ਦਾ ਕਿੰਨਾ ਮਾਫ ਕੀਤਾ ਤੇ ਕਿਸਾਨਾਂ ਦਾ ਕਿੰਨਾ ਮਾਫ ਕੀਤਾ? ਵੈਰੀ ਗੁੱਡ ਕੁਐਸਚਨ। ਦੇਖੋ, ਕਿਸਾਨਾਂ ਨੂੰ ਕਾਰਡ ਦਿੱਤੇ ਆ, 6-6000 ਰੁਪਇਆ ਖਾਤੇ 'ਚ ਸਿੱਧਾ ਗਿਆ, ਔਰ ਡੀਏਪੀ ਦੇ ਉੱਤੇ 60% ਸਬਸਿਡੀ ਦਿੱਤੀ ਆ। ਅਮਨਜੋਤ ਕੌਰ ਜੀ ਮੇਰੇ ਸਵਾਲ ਦਾ ਜਵਾਬ ਨਹੀਂ ਹੈਗਾ ਅਮਨਜੋਤ ਕੌਰ, ਸਾਰੇ ਦਰਸ਼ਕ ਤੁਹਾਨੂੰ ਸੁਣਦੇ ਪਏ ਆ, ਤੁਹਾਡੇ ਕੋਲ ਜਵਾਬ ਨਹੀਂ ਹੈਗਾ। ਮੈਂ ਦੱਸ ਦਿੰਦਾ ਮੈਡਮ, ਮੈਂ ਦੱਸ ਦਿੰਦਾ। ਮੈਂ 2021-22 ਦਾ ਤੁਹਾਡਾ ਲੋਕ ਸਭਾ ਦੇ ਵਿੱਚ ਜਿਹੜਾ ਤੁਸੀਂ ਜਵਾਬ ਦਿੱਤਾ 46,382 ਕਰੋੜ ਰੁਪਇਆ ਪਹਿਲੇ 6 ਮਹੀਨਿਆਂ ਵਿੱਚ ਤੁਸੀਂ ਮਾਫ ਕੀਤਾ ਕਾਰਪੋਰੇਟਸ ਦਾ। ਆਪਿਆ ਮੇਰੇ ਕੋਲ ਡਾਟਾ ਸਾਰਾ। ਅਮਨਜੋਤ ਜੀ ਠੀਕ ਹੈ ਜੀ। ਹਾਂ ਮੈਂ ਸਿਰ ਸਵਾਲ ਤੁਹਾਨੂੰ ਕਰ ਰਿਹਾ। ਮੈਂ ਇੱਕ ਛੋਟਾ ਬ੍ਰੇਕ ਲਊਂਗਾ, ਬ੍ਰੇਕ ਤੋਂ ਵਾਪਸ ਆਊਂਗਾ। ਵਾਪਸ ਆ ਕੇ ਬਹੁਤ ਸਾਰੇ ਸਵਾਲ ਹੋਣਗੇ ਕਿ ਕਿਸਾਨਾਂ ਨੇ ਕਸੂਤੇ ਫਸਾਏ ਚੰਨੀ। ਸਵਾਲ ਇੱਕ ਇਕੱਲੇ ਮਿਸਟਰ ਚੰਨੀ ਦਾ ਨਹੀਂ ਹੈਗਾ, ਸਾਰੀਆਂ ਸਰਕਾਰਾਂ ਦਾ ਹੈਗਾ। ਕਿਸਾਨਾਂ ਦੀ ਕਰਜ਼ ਮਾਫੀ ਦੇ ਨਾਲ ਕੀ ਕਿਸਾਨਾਂ ਦੀ ਸਮੱਸਿਆਵਾਂ ਦਾ ਹੱਲ ਹੋ ਜਾਵੇਗਾ? ਸਵਾਲ ਇਹ ਮਹੱਤਵਪੂਰਨ ਹੈ ਜਾਂ ਸਿਰਫ ਇਹ ਪੋਲੀਟੀਕਲ ਸਟੰਟ ਹੈ? ਵਾਪਸ ਆ ਰਿਹਾ, ਬਹੁਤ ਸਾਰੇ ਸਵਾਲ ਹੈ। ਸਵਾਲ ਇਹ ਪੁੱਛ ਰਹੇ ਹਾਂ ਕਿ ਬੈਕਫੁੱਟ ਤੇ ਆਈ ਮੋਦੀ ਸਰਕਾਰ ਨੇ ਪੰਜਾਬ ਚੰਨੀ ਸਰਕਾਰ ਦੀ ਵੀ ਟੈਨਸ਼ਨ ਵਧਾਈ ਹੈ। ਮਿਸਟਰ ਮਲਹੋਤਰਾ, ਆਮ ਆਦਮੀ ਪਾਰਟੀ ਸ਼ੋਸ਼ੇਬਾਜ਼ੀ ਕਿਉਂ ਕਹਿ ਰਹੀ ਹੈ? ਮਿਸਟਰ ਚੰਨੀ ਨੇ ਚਿੱਠੀ ਲਿਖੀ, ਉਹਨਾਂ ਦਾ ਹੱਕ ਬਣਦਾ ਚਿੱਠੀ ਲਿਖਣਾ ਕੇਂਦਰ ਸਰਕਾਰ ਨੂੰ। ਤੁਹਾਨੂੰ ਸ਼ੋਸ਼ੇਬਾਜ਼ੀ ਕਿਉਂ ਲੱਗਦੀ ਹੈ? ਦੇਖੋ, ਇਹ ਤਾਂ ਜਿਹੜਾ ਮੁੱਢਲਾ ਫਰਜ਼ ਬਣਦਾ ਸੀ ਵਾਅਦਾ ਕਰਨ ਤੋਂ ਬਾਅਦ, ਇਹ ਤਾਂ ਕਾਂਗਰਸ ਸਰਕਾਰ ਦਾ ਹੀ ਬਣਦਾ ਸੀ ਨਾ। ਤੇ ਇਹਨਾਂ ਨੇ ਕੀ ਕੀਤਾ ਹੈਗਾ ਪਿਛਲੇ 5 ਸਾਲਾਂ 'ਚ? ਸਿਰਫ 4600 ਕਰੋੜ ਰੁਪਇਆ, 90,000 ਕਰੋੜ ਦਾ ਕਰਜ਼ਾ ਇਹਨਾਂ ਨੂੰ ਪਤਾ ਸੀਗਾ। 4600 ਕਰੋੜ ਯਾਨੀ ਕਿ ਸਿਰਫ 5% ਬਣਦਾ, 5.2% ਬਣਦਾ। ਤੇ ਇਸ ਹਿਸਾਬ ਨਾਲ ਤਾਂ ਜੇ ਇਹਨਾਂ ਨੇ 100% ਕਰਜ਼ਾ ਉਤਾਰਨਾ ਤਾਂ ਇਹਨਾਂ ਨੂੰ 20 ਟਰਮਾਂ ਚਾਹੀਦੀਆਂ, ਯਾਨੀ ਕਿ 100 ਸਾਲ ਦੀ ਟਰਮ ਚਾਹੀਦੀ ਹੈ ਇਹਨਾਂ ਨੂੰ। ਔਰ ਕੇਂਦਰ ਦਾ ਰੋਲ ਵਿੱਚ ਕਿੱਥੋਂ ਆ ਗਿਆ? ਜ਼ਿੰਮੇਵਾਰੀ ਤਾਂ ਇਹਨਾਂ ਨੇ ਆਪ ਲਿੱਤੀ ਸੀਗੀ। ਮਲਹੋਤਰਾ ਸਾਹਿਬ ਤੁਹਾਡੀ ਕੈਲਕੂਲੇਸ਼ਨ ਬੜੀ ਕਰੈਕਟ ਹੈਗੀ। ਮਲਹੋਤਰਾ ਸਾਹਿਬ, ਮੈਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦਾ। ਮਲਹੋਤਰਾ ਸਾਹਿਬ, ਆਮ ਆਦਮੀ ਪਾਰਟੀ ਚਾਹੁੰਦੀ ਹੈ ਕਿ ਸਾਨੂੰ ਮੌਕਾ ਦੇਵੇ ਪੰਜਾਬ। ਕੀ ਤੁਸੀਂ ਪੰਜਾਬ ਦੇ ਕਿਸਾਨਾਂ ਨਾਲ, ਖੇਤ ਮਜ਼ਦੂਰਾਂ ਨਾਲ ਇਹ ਵਾਅਦਾ ਕਰਨਾ ਚਾਹੁੰਦੇ ਹੋ ਕਿ ਤੁਹਾਡੀ ਸਰਕਾਰ ਆਉਣ ਤੇ ਕਰਜ਼ਾ ਮਾਫ ਕੀਤਾ ਜਾਊਗਾ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਇਹ ਜਿਹੜਾ ਪ੍ਰੈਰੋਗੇਟਿਵ ਹੈਗਾ ਇਹ ਸਾਡੀ ਹਾਈ ਕਮਾਂਡ ਦਾ ਹੈਗਾ। ਇਸ ਦੇ ਉੱਤੇ ਵੀ ਪਾਲਿਸੀ ਆ ਰਹੀ ਹੈ, ਬੜੀ ਛੇਤੀ ਤੁਹਾਡੇ ਸਾਹਮਣੇ ਆ ਜਾਏਗੀ। ਸਰ ਕੁਝ ਤਾਂ ਸੋਚਿਆ ਹੋਊਗਾ ਨਾ, ਸਰ ਕੁਝ ਤਾਂ ਸੋਚਿਆ ਹੋਊਗਾ ਨਾ। ਸੱਤਾ ਧਿਰ ਨੂੰ ਆਪਾਂ ਨਿੰਦਦੇ ਆ, ਤੁਹਾਡਾ ਵੀ ਕੋਈ ਪਲਾਨ ਹੋਊਗਾ ਨਾ ਮੇਜਰ ਸਾਹਿਬ, ਤੁਹਾਡਾ ਵੀ ਕੋਈ ਪਲਾਨ ਹੋਊਗਾ। ਇੱਕ ਗੱਲ ਮੈਂ ਅਸ਼ੋਰ ਕਰ ਸਕਦਾ ਕਿ ਡੈਫੀਨੇਟਲੀ ਕੁਛ ਨਾ ਕੁਛ ਆ ਰਿਹਾ ਹੈ, ਪਰ ਕੀ ਆ ਰਿਹਾ ਉਹ ਇਸ ਟਾਈਮ ਮੈਂ ਕਮਿਟ ਨਹੀਂ ਕਰ ਸਕਦਾ। ਔਰ ਜੋ ਕੁਝ ਵੀ ਆਏਗਾ ਉਹ 100 ਨਹੀਂ 200% ਪੂਰਾ ਕੀਤਾ ਜਾਏਗਾ। ਚਲੋ ਮੈਂ ਵਾਪਸ ਆ ਜਾਊਗਾ ਤੁਹਾਡਾ। ਡਟ ਕਰਕੇ ਇਸ ਨੂੰ ਮੈਂ ਕਿਵੇਂ ਸਮਝਾਂ? ਕੇਂਦਰ ਸਰਕਾਰ ਨੂੰ ਚਿੱਠੀ ਲਿਖਦੇ ਆ, ਮੁੱਖ ਮੰਤਰੀ ਦਾ ਹੱਕ ਹੈ, ਪਰ ਇਸ ਦੇ ਨਾਲ ਸਵਾਲ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਸ਼ਾਂਤ ਕਿਸ਼ੋਰ ਹਰਾਂ ਦੀ ਟੀਮ ਨੇ ਜਿਹੜੇ ਵਾਅਦੇ ਕੀਤੇ ਸੀਗੇ, ਜਦੋਂ ਮੈਨੀਫੈਸਟੋ ਰਿਲੀਜ਼ ਕੀਤਾ ਸੀਗਾ, ਕੇਂਦਰੀ ਲੀਡਰਸ਼ਿਪ ਤੋਂ ਰਿਲੀਜ਼ ਕਰਵਾਇਆ ਸੀਗਾ, ਉਹ ਸਾਰੇ ਦੇ ਵਿਚਾਲੇ ਹੁਣ ਮੁੱਖ ਮੰਤਰੀ ਚੰਨੀ ਫਸ ਚੁੱਕੇ ਆ, ਇਸ ਲਈ ਚਿੱਠੀਆਂ ਲਿਖਦੇ ਪਏ ਆ। ਡਟ ਕਰ, ਤੁਸੀਂ ਕਿਵੇਂ ਸਮਝਦੇ ਹੋ? ਨਹੀਂ ਦੇਖੋ, ਵਾਅਦੇ ਤਾਂ ਜਿਹੜੇ ਕਰਨੇ ਬੰਦੇ ਸੀਗੇ, ਵਾਅਦੇ ਨਹੀਂ, ਬਲਕਿ ਮੈਂ ਕਹਾਂ ਇਹਨੂੰ ਮੁੱਦੇ ਦੇ ਤੌਰ ਤੇ ਲੈਣਾ ਚਾਹੀਦਾ ਸੀ ਕਿ ਜਿਹੜਾ ਕਰਜ਼ਾ ਹੈ ਜਾਂ ਮਜ਼ਦੂਰਾਂ ਦਾ ਕਰਜ਼ਾ ਹੈ, ਇਹ ਇੱਥੋਂ ਦੇ ਉਤਪਾਦਨ ਸ਼ਕਤੀ ਨੂੰ ਕਮਜ਼ੋਰ ਕਰਨ ਵਾਲਾ ਹੈ। ਕਿਉਂਕਿ GDP ਦੇ ਵਿੱਚ ਹਿੱਸਾ ਜਿਹੜਾ ਹੈ ਉਹ ਭਾਵੇਂ ਥੋੜਾ ਹੈ, ਪਰ ਇੰਪਲਾਇਮੈਂਟ ਦਾ ਜਿਹੜਾ ਹਿੱਸਾ ਹੈ
ਐਗਰੀਕਲਚਰ ਦੇ ਵਿੱਚ ਉਹ ਬਹੁਤ ਵੱਡਾ ਹੈ। ਫੂਡ ਸਿਕਿਉਰਿਟੀ ਦਾ ਹਿੱਸਾ ਬਹੁਤ ਵੱਡਾ ਹੈ ਤੇ ਉਹ ਵਾਅਦਾ ਦੇ ਨਾਲ ਨਾਲ ਇਸ ਨੂੰ ਮੁੱਦੇ ਦੇ ਤੌਰ ਤੇ ਲੈ ਕੇ ਉਸ ਵਕਤ ਕਾਂਗਰਸ ਸਰਕਾਰ ਨੇ ਸੈਂਟਰ ਸਟੇਟ ਰਿਲੇਸ਼ਨਸ਼ਿਪ ਦੀ ਗੱਲ ਨਹੀਂ ਕਰੀ ਕਿ ਕਰਜ਼ਾ ਪੰਜਾਬ ਦੇ ਜੁੰਮੇ ਤਾਂ ਚੜਿਆ ਹੈ ਕਿ ਪੰਜਾਬ ਕਣਕ ਝੋਨਾ ਪੈਦਾ ਕਰਕੇ ਦੇਸ਼ ਦਾ ਠੂਠਾ ਫੜ ਕੇ ਤੁਰਿਆ ਫਿਰਦਾ ਸੀ। ਉਦੋਂ ਪੰਜਾਬ ਦੇ ਕਿਸਾਨ ਨੇ ਹਰੇ ਇਨਕਲਾਬ ਦੇ ਰਾਹੀਂ ਦੇਸ਼ ਨੂੰ ਭੁੱਖਾ ਮਰਨ ਤੋਂ ਬਚਾਇਆ, ਦੇਸ਼ ਦੀ ਵਿਦੇਸ਼ੀ ਮੁਦਰਾ ਬਚਾਈ। ਇਸ ਕਰਕੇ ਇਹ ਕਰਜ਼ਾ ਚੜ ਗਿਆ, ਸਾਡਾ ਪਾਣੀ ਖਰਾਬ ਹੋ ਗਿਆ, ਸਾਨੂੰ ਮਦਦ ਦਿਓ। ਮਦਦ ਨਹੀਂ ਬਲਕਿ ਸਾਡਾ ਹਿੱਸਾ ਦਿਓ। ਉਹ ਮੰਗਿਆ ਨਹੀਂ, ਅਸੀਂ ਕਰ ਦਾਂਗੇ, ਆਹ ਵੀ ਕਰ ਦਾਂਗੇ, ਉਹ ਵੀ ਕਰ ਦਾਂਗੇ, ਅਸਮਾਨ ਤੋਂ ਤਾੜੇ ਤੋੜ ਕੇ ਲਿਆ ਦਾਂਗੇ। ਫਿਰ 4.5 ਸਾਲ ਕਰਿਆ ਕੁਛ ਨਹੀਂ। ਫਿਰ ਇੱਕ ਮੈਂ ਹੋਰ ਕਹਾਂਗਾ, ਕੁਝ ਗੱਲਾਂ ਜਿਹੜੀਆਂ ਅਸਲੀ ਰਾਹਤ ਦਿੰਦੀਆਂ ਨੇ, ਕੁਝ ਹੁੰਦੇ ਨੇ ਜਿਹੜਾ ਨਕਲੀ। ਉਹ ਇਹ ਹੈ ਕਿਉਂਕਿ ਇਹਨਾਂ ਨੂੰ ਸੰਬੰਧ ਨਹੀਂ ਹੈਗਾ। ਇਸੇ ਕਰਜ਼ੇ ਨੂੰ ਜੇ ਇਹ ਕਹਿ ਕੇ ਸਾਰ ਦਿੰਦੇ ਵੀ ਅਜੇ ਸਾਡੇ ਕੋਲ ਪੈਸੇ ਇੰਨੇ ਹੈ ਨਹੀਂ, ਜਦ ਇਹਨਾਂ ਦੇ ਵਿੱਤ ਮੰਤਰੀ ਹਾਲਾਂਕਿ ਪਹਿਲਾਂ ਵੀ ਰਹੇ ਸੀ, ਵੀ ਅਸੀਂ ਜਿਹੜਾ ਵਿਆਜ ਆ ਤੁਹਾਡਾ ਅਸੀਂ ਅਦਾ ਕਰਾਂਗੇ ਤੇ ਕੋਈ ਵੀ ਜੀ ਬੈਂਕ, ਕੋਈ ਵੀ ਕੋਆਪਰੇਟਿਵ ਬੈਂਕ, ਕੋਈ ਵੀ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਕਿਸਾਨ ਤੋਂ ਨਾ ਕਰਜ਼ਾ ਮੰਗਣ ਜਾਏਗੀ। ਜਦ ਹੋਊਗਾ ਅਸੀਂ ਵਾਪਸ ਕਰਾਂਗੇ, ਅਜੇ ਡੈਫਰ ਕਰੋ ਇਸ ਨੂੰ, ਵਿਆਜ ਸਰਕਾਰ ਦੇ ਦੇਗੀ। ਉਹ ਦੇ ਨਾਲ ਖਜ਼ਾਨੇ ਤੇ ਵੀ ਉਹਨਾਂ ਨੂੰ ਔਖਾ ਨਹੀਂ ਹੋਣਾ ਪੈਂਦਾ ਸੀ ਤੇ ਲੋਕਾਂ ਦਾ ਵਾਅਦਾ ਵੀ ਕਾਫੀ ਹੱਦ ਤੱਕ ਪੂਰੇ ਵੀ। ਲੋਕਾਂ ਦੀ ਤਾਂ ਕੁਰਕੀ ਦਾ ਸਵਾਲ ਸੀ, ਬੈਂਕਾਂ ਦਾ ਵਾਰ-ਵਾਰ ਜਾਣ ਦਾ ਸਵਾਲ ਸੀ। ਉਹ ਕਿਉਂਕਿ ਇਹ ਜੇ ਤਾਂ ਬੰਦਾ ਵਿੱਚ ਖੋਵੇ ਹੋਵੇ ਤਾਂ ਵਪਾਰੀ ਨੇ, ਮੈਨੂੰ ਪਤਾ ਹੀ ਨਹੀਂ ਵੀ ਕਿਸਾਨ ਤੇ ਮਜ਼ਦੂਰ ਦੀ ਹਾਲਤ ਕੀ ਹੈ ਤੇ ਅਸੀਂ ਕਿੱਥੋਂ ਆ, ਵੀ ਅੱਜ ਕਹਿ ਦੋ ਕੱਲ ਨੂੰ ਕੁਝ ਹੋਰ ਕਹੋ। ਸੋ ਇਸ ਕਰਕੇ ਕੇਂਦਰ ਨੂੰ ਚਿੱਠੀ ਲਿਖਣਾ, ਜੇ ਪਹਿਲੇ ਮੁੱਖ ਮੰਤਰੀ ਨੇ ਨਹੀਂ ਲਿਖੀ ਤਾਂ ਵੀ ਗਲਤ ਹੈ, ਜਿਨ੍ਹਾਂ ਨੇ ਇਹਨਾਂ ਨੇ ਲਿਖੀ ਹੈ ਤਾਂ ਠੀਕ ਹੈ। ਪਰ ਮੈਂ ਇਹ ਦੱਸਦਾ ਵੀ ਸਰਕਾਰ ਕੰਮ ਕਿਵੇਂ ਕਰਦੀ ਹੈ। ਜਿਵੇਂ ਸਪੈਲਿੰਗ ਗਲਤ ਨੇ, ਮੁੱਖ ਮੰਤਰੀ ਸਾਹਿਬ ਦੇ ਦਸਤਖਤਾਂ 'ਚ ਇਹ, ਅਸੀਂ ਇਹਨੂੰ ਸਰਕਾਰੀ ਭਾਸ਼ਾ 'ਚ ਡੈਮੀ ਆਫੀਸ਼ੀਅਲ ਕਮਿਊਨੀਕੇਸ਼ਨ ਕਹਿੰਦੇ ਹਾਂ, ਅਰਧ ਸਰਕਾਰੀ। ਉਹਦੇ ਉੱਤੇ ਤੁਸੀਂ 2 ਜਗ੍ਹਾ ਤੇ ਸਪੈਲਿੰਗ, ਚਲੋ ਮੰਨ ਲਓ ਵੀ ਦੋਨੇ ਜਗ੍ਹਾ ਤੇ ਤੁਸੀਂ ਡਬਲ ਆਰ ਜਾਂ ਸਿੰਗਲ ਆਰ ਪਾਉਣੇ ਹੋ ਤਾਂ ਤੁਹਾਡਾ ਕੋਈ, ਪਰ ਜੇ 2 ਜਗ੍ਹਾ ਤੇ ਸਪੈਲਿੰਗ ਆਪਸ ਵਿੱਚ ਹੀ ਡਿਫਰ ਕਰਦੇ ਨੇ, ਤੁਸੀਂ ਇੰਨਾ ਵੀ ਨਹੀਂ ਦੇਖਦੇ ਐਡੇ ਵੱਡੇ ਇੰਪੋਰਟੈਂਟ ਇਸ਼ੂ ਤੇ ਤੁਸੀਂ ਸਾਹਿਬ ਨੂੰ ਚਿੱਠੀ ਲਿਖ ਰਹੇ ਹੋ ਔਰ ਇੱਕ ਮੁੱਖ ਕਰਕੇ ਭੇਜ ਰਿਹਾ ਚਿੱਠੀ, ਡਰਾਫਟ ਕਰੀ ਹੈ, ਟਾਈਪ ਵੀ ਕਿਸੇ ਨੇ ਕਰੀ ਹੈ, ਮੁੱਖ ਮੰਤਰੀ ਸਾਹਿਬ ਨੇ ਤਾਂ ਸਾਈਨ ਹੀ ਕਰਨੇ ਨੇ। ਪਰ ਸਾਈਨ ਪਹਿਲਾਂ ਪੜ੍ਹਨਾ ਬਹੁਤ ਜ਼ਰੂਰੀ ਹੁੰਦਾ ਡੀਓ ਲੈਟਰ ਤੇ। ਮੈਂ ਛੋਟੀ ਜਿਹੀ ਇੱਕ ਗੱਲ ਸੁਣਾਉਂਦਾ। ਇੱਕ ਵਾਰੀ ਮੈਂ ਸਾਈਨ ਕਰਕੇ ਰੱਖਤਾ ਟੇਬਲ ਤੇ, ਦੇਖ ਲਿਆ, ਮੈਨੂੰ ਕਹਿੰਦੀ ਤੁਸੀਂ ਡੀਓ ਲੈਟਰ ਸਾਈਨ ਕਰਤਾ ਤਾਂ ਆ ਵਿੱਚ ਇੱਕ ਸਪੈਲਿੰਗ ਕਰੋ। ਮੈਨੂੰ ਸੱਚਮੁੱਚ ਸ਼ੌਕ ਲੱਗਿਆ ਵੀ ਮੈਂ ਦੇਖਿਆ ਨਹੀਂ। ਜਦ ਤੁਸੀਂ ਡੈਮੇ ਆਫੀਸ਼ੀਅਲ ਕਮਿਊਨੀਕੇਸ਼ਨ ਭੇਜਦੇ ਹੋ, ਉਹਦੀ ਦਫ਼ਤਰ ਦੀ ਜ਼ਿੰਮੇਵਾਰੀ ਨਹੀਂ, ਉਹਦੀ ਤੁਹਾਡੀ ਆਪਣੀ ਹੈ। ਜੇ ਉਹ ਸਪੈਲਿੰਗ ਨਹੀਂ ਅਸੀਂ ਦੇਖ ਸਕਦੇ, ਪਰ ਇਹਨਾਂ ਨੇ ਇਹ ਤਾਂ ਵਿੱਤ ਮੰਤਰੀ ਜੀ ਨੇ ਜਿਹੜਾ ਬਜਟ ਪੇਸ਼ ਕਰਿਆ ਸੀ ਉਹ ਪੰਜਾਬੀ ਕਿਹਾ ਹੋਇਆ, ਉਹ ਦੇਖਿਆ ਹੀ ਨਹੀਂ ਵੀ ਇਹਦੀ ਟ੍ਰਾਂਸਲੇਸ਼ਨ ਗਲਤ ਹੈ। ਸੋ ਇਸ ਕਰਕੇ ਕੋਈ ਗਲਤ ਨਹੀਂ। ਕਿਸਾਨੀ ਦਾ ਕੇਂਦਰ ਤੋਂ ਪੈਸਾ ਲੈਣਾ ਜ਼ਰੂਰੀ ਹੈ। ਉਹ ਸਰਕਾਰ ਈ ਆਵੇ ਸੀ ਆਵੇ, ਉਹ ਕਿਸੇ ਪਾਰਟੀ ਦੀ ਹੋਵੇ, ਇਹ ਜ਼ਰੂਰੀ ਹੈ। ਕਿਉਂਕਿ ਪੰਜਾਬ ਦੇ ਕਿਸਾਨ ਜਿਵੇਂ ਜਿਹੜਾ ਕਰਜ਼ਾ ਚੜਿਆ ਉਹ ਇਸ ਕਰਕੇ ਚੜਿਆ ਕਿ ਪੰਜਾਬ ਦੇ ਕਿਸਾਨ ਦੀ ਕੋਈ ਗਲਤੀ ਜਾਂ ਪੰਜਾਬ ਸਰਕਾਰ ਦੀ, ਉਹ ਇਸ ਕਰਕੇ ਚੜਿਆ ਕਿ ਇੱਕ ਤਾਂ ਡਿਫਰੈਂਸ਼ੀਅਲ ਭਾਅ ਕੇਂਦਰ ਨੇ ਕਰੇ ਨੇ, ਜੋ ਤੈਅ ਕਰਦਾ ਹੈ। ਠੀਕ ਹੁਣ ਬੀਜ ਦਾ ਵੀ ਉਹੀ ਕਰਦਾ ਹੈ। ਚਲੋ, ਤੇ ਬੀਜਾਂ ਦਾ ਭਾਅ ਕੇਂਦਰ ਤੈਅ ਕਰਦਾ ਹੈ, ਕੈਮੀਕਲ ਮਿਨਿਸਟਰੀ ਸਾਰਾ ਤੈਅ ਕਰਦਾ, ਪੈਟਰੋਲ ਡੀਜ਼ਲ ਦੀਆਂ ਕੀਮਤਾਂ ਤੈਅ ਕਰਦੇ। ਸੋ ਇਸ ਕਰਕੇ ਕਿਸਾਨੀ ਦੇ ਬਾਰੇ ਇਹ ਪੈਸਾ ਮੰਗਣਾ, ਸਾਡਾ ਕਿੰਨਾ ਹਿੱਸਾ ਟੈਕਸ 'ਚ ਕਿੰਨਾ ਨਹੀਂ ਹੈ, ਇਸ 'ਚ ਮੈਂ ਨਾ ਵੀ ਜਾਵਾਂ, ਹਿੱਸਾ ਮੰਗਣਾ ਸਾਡਾ ਰਾਈਟ ਹੈ। ਚਲੋ, ਮੰਗਣਾ ਚਾਹੀਦਾ ਸੀ, ਇਹ ਚੰਗੀ ਗੱਲ ਹੈ। ਠੀਕ ਹੈ ਅਮਨਜੋਤ ਜੀ, ਇਹ ਪੰਜਾਬ ਦਾ ਹੱਕ ਬਣਦਾ ਹੈ। ਤੁਸੀਂ ਇਸ ਨੂੰ ਪੋਲਿਟਿਕਸ ਨਾਲ ਜਿਵੇਂ ਮਰਜ਼ੀ ਜੋੜ ਲਓ, ਪਰ ਪੰਜਾਬ ਨੂੰ ਵਿਸ਼ੇਸ਼ ਪੈਕੇਜ ਚਾਹੀਦਾ ਇੰਡਸਟਰੀ ਵਾਸਤੇ। ਉਹਦੀ ਡਿਮਾਂਡ ਬਹੁਤ ਦੇਰ ਤੋਂ ਹੈ ਕਿਉਂਕਿ ਇੰਡਸਟਰੀ ਹੈ ਇੱਥੇ ਬਾਹਰਲੇ ਸੂਬਿਆਂ ਸ਼ਿਫਟ ਹੋ ਗਈ, ਚਾਹੇ ਉਹ ਕਾਂਗਰਸ ਦੀ ਪਾਲਿਸੀ, ਯੂਪੀਏ ਦੀ ਪਾਲਿਸੀ ਹੋਵੇ, ਐਨਡੀਏ ਦੀ ਪਾਲਿਸੀ ਹੋਵੇ। ਪਰ ਪੰਜਾਬ ਸਵਾਲ ਤੁਹਾਨੂੰ ਇਸ ਕਰਕੇ ਕਰਦਾ ਪਿਆ, ਤੁਸੀਂ ਪੰਜਾਬ 'ਚ ਰਹਿੰਦੇ ਹੋ, ਪੰਜਾਬ ਦੇ ਲੋਕਾਂ ਨਾਲ ਵਿਚਰਦੇ ਹੋ। ਅਮਨਜੋਤ ਜੀ, ਪੰਜਾਬ ਦੀ ਮੰਗ ਨਹੀਂ ਤੁਸੀਂ ਕੇਂਦਰ ਕੋਲ ਚੱਕੋਗੇ, ਨਾ ਤੁਸੀਂ ਕਾਂਗਰਸ ਨਾਲ ਰਲੋ, ਤੁਸੀਂ ਆਪਦੇ ਪੱਧਰ ਡਿਮਾਂਡ ਕਰੋ ਪੰਜਾਬ ਦੇ ਕਿਸਾਨਾਂ ਦਾ, ਖੇਤ ਮਜ਼ਦੂਰਾਂ ਦਾ ਕਰਜ਼ਾ ਮਾਫ ਹੋਣਾ ਚਾਹੀਦਾ। ਦੇਖੋ ਜੀ, ਗੱਲ ਇਹ ਆ ਕਿ ਪ੍ਰਧਾਨ ਮੰਤਰੀ ਸਾਰੀਆਂ ਪਾਲਿਸੀਆਂ ਕਰਦੇ ਆ, ਉਹ ਸਬਕਾ ਸਾਥ ਸਬਕਾ ਵਿਕਾਸ ਨਾਲ ਚੱਲਦੇ ਆ। ਔਰ ਜਿਵੇਂ ਤੁਸੀਂ ਹੁਣ ਇੰਡਸਟਰੀ ਦਾ ਕਿਹਾ ਕਿ ਪੰਜਾਬ ਵਿੱਚ ਵਾਕਈ ਕੋਈ ਇੰਡਸਟਰੀ ਨਹੀਂ, ਉਹਦੇ ਚ ਕਿਤੇ ਨਾ ਕਿਤੇ ਤਾਂ ਸਥਾਨਕ ਸਰਕਾਰ ਹੀ ਜ਼ਿੰਮੇਦਾਰ ਹਨ ਕਿ ਲੋਕੀ ਇੱਥੋਂ ਉੱਠ ਕੇ ਭੱਜ ਗਏ ਆ। ਇੱਕ ਤਦੀ ਤੱਕ ਜਿਹੜਾ ਅਮਨਜੋਤ ਜੀ, ਕਿਹੜੀ ਸਰਕਾਰ ਨੂੰ ਜ਼ਿੰਮੇਵਾਰ ਮੰਨਦੇ ਹੋ ਤੁਸੀਂ? ਇਸ ਤੋਂ ਪਹਿਲਾਂ ਵਾਲੀ ਸਰਕਾਰ ਤੁਹਾਡੀ ਸਰਕਾਰ ਸੀ, ਕਾਲੀ ਬੀਜੇਪੀ ਸਰਕਾਰ, 10 ਸਾਲ ਤੁਸੀਂ ਰਾਜ ਕੀਤਾ। ਕਾਂਗਰਸ ਸਰਕਾਰ ਨੂੰ ਹੀ ਜ਼ਿੰਮੇਦਾਰ ਮੰਨਦੀ ਆ। ਪਹਿਲਾਂ ਤਾਂ ਆਪਸ ਵਿੱਚ ਇੰਨਾ ਲੜੇ, ਲੋਕਾਂ ਦਾ ਧਿਆਨ ਹੀ, ਲੋਕਾਂ ਵੱਲ ਦਾ ਧਿਆਨ ਹੀ ਨਹੀਂ ਸੀ।
ਨਾ ਕੋਈ ਇੰਡਸਟਰੀ ਵੱਲ ਧਿਆਨ ਸੀ, ਸਿਰਫ ਆਪਸ ਵਿੱਚ ਨਵਜੋਤ ਸਿੱਧੂ ਤੇ ਮਹਾਰਾਜ ਕੈਪਟਨ ਤੇ ਹੁਣ ਚੰਨੀ ਤੇ ਨਵਜੋਤ ਸਿੱਧੂ ਲੜਨ ਦੇ। ਇਹਨਾਂ ਨੇ ਤਾਂ ਹੁਣ ਕਿਤੇ ਜਾ ਕੇ ਮਾੜਾ ਜਿਹਾ ਕਿਸਾਨਾਂ ਦੇ ਕਰਜ਼ੇ ਦੀ ਗੱਲ ਕਰਤੀ, ਹਾਲਾਂਕਿ ਇਹਨਾਂ ਕੋਲ ਟਾਈਮ ਦੀ ਘੱਟ ਆ ਔਰ ਹੁਣ ਵੱਡੀਆਂ ਵੱਡੀਆਂ ਲਾਂਘਾਂ ਪੱਟਣੀਆਂ ਚਾਹੁੰਦੇ ਆ। ਦੇਖੋ ਜੀ, ਕਿਸਾਨਾਂ ਤੇ 90,000 ਕਰੋੜ ਰੁਪਇਆ ਕਰਜ਼ਾ ਸੀ ਜਦੋਂ ਇਹਨਾਂ ਨੇ 5 ਸਾਲ ਪਹਿਲਾਂ ਸਰਕਾਰ ਸ਼ੁਰੂ ਕੀਤੀ ਆ, ਔਰ ਹੁਣ 150 ਕਰੋੜ ਰੁਪਇਆ ਅਮਨਜੋਤ ਜੀ ਪ੍ਰਧਾਨ ਮੰਤਰੀ ਸਾਹਿਬ ਇਸ ਚਿੱਠੀ ਦਾ ਜਵਾਬ ਦੇਣਗੇ ਜਾਂ ਤੁਸੀਂ ਜਿਹੜੀ ਗੱਲ ਕਹਿਤੀ ਹੈ ਵੀ ਅਸੀਂ ਜ਼ਿੰਮੇਵਾਰ ਥੋੜੀ ਆ, ਕਾਂਗਰਸ ਜ਼ਿੰਮੇਵਾਰ ਹੈ, ਕਿ ਇਹੀ ਜਵਾਬ ਹੋਊਗਾ? ਜੀ ਜਵਾਬ ਦੇ ਸਕਦੇ ਆ, ਮੈਂ ਇਹਦੇ ਚ ਬਿਲਕੁਲ ਕੋਈ ਦੋ ਰਾਏ ਨਹੀਂ ਪੇਸ਼ ਕਰਦੀ। ਔਰ ਪਰ ਮੈਂ ਕਹਿ ਰਹੀ ਹਾਂ ਕਿ ਜਦੋਂ ਵਾਅਦਾ ਤੁਸੀਂ ਕੀਤਾ, ਤੁਸੀਂ ਆਪਦੇ ਦਮ ਤੇ ਕੀਤਾ, ਫਿਰ ਉਹਨੂੰ ਪੂਰਾ ਕਰੋ ਨਾ। ਚਲੋ ਮੈਂ ਇੱਕ ਹੋਰ ਥੋੜਾ ਬ੍ਰੇਕ ਲੈ ਕੇ ਆ ਰਿਹਾ, ਤੁਹਾਡਾ ਟੇਕ ਆ ਚੁੱਕਿਆ ਤੇ ਸਵਾਲ ਹੈ ਜਿਹੜੇ ਇਸ ਮਾਮਲੇ ਵਿੱਚ ਉੱਠਣੇ ਲਾਜ਼ਮੀ ਹੈਗੇ ਆ, ਪੰਜਾਬ ਨੂੰ ਉਸ ਦਾ ਬਣਦਾ ਹੱਕ ਕਿਵੇਂ ਮਿਲੇ। ਪਰ ਪੋਲੀਟੀਕਲ ਕਲਾਸ ਹੈ ਜਿਹੜੀ ਉਹ ਹੋਰ ਨਜ਼ਰੀਏ ਨਾਲ ਸੋਚਦੀ ਹੈ, ਪੰਜਾਬ ਨੂੰ ਜਿਹੜਾ ਉਹਦਾ ਬਣਦਾ ਹੱਕ ਹੈ ਕੇਂਦਰ ਤੋਂ ਕਿਵੇਂ ਮਿਲਣਾ ਚਾਹੀਦਾ। ਡਾਕਟਰ ਗਰਗ ਨੇ ਬੜਾ ਸਾਫ਼ ਕੀਤਾ ਹੈਗਾ, ਜਿਹੜੇ ਟੈਕਸਸ ਹੈ ਕੀ ਹੈ, ਉਹਨਾਂ ਦੇ ਭਾਅ ਜਿਹੜੇ ਹੈਗੇ ਆ ਚੀਜ਼ਾਂ ਦੇ, ਉਹ ਕੇਂਦਰ ਤੈਅ ਕਰਦੀ ਹੈਗੀ ਹੈ। ਤੇ ਫਿਰ ਜੇ ਪੰਜਾਬ ਹੱਕ ਮੰਗਦਾ ਤੇ ਪੰਜਾਬ ਨੂੰ ਹੱਕ ਮੰਗਣ ਦੀ ਆਜ਼ਾਦੀ ਹੈ ਜਾਂ ਨਹੀਂ, ਸਵਾਲ ਇਹੀ ਹੈ। ਵਾਪਸ ਆ ਕਿ ਬੈਕਫੁੱਟ ਤੇ ਮੋਦੀ ਸਰਕਾਰ ਨੇ ਪੰਜਾਬ ਦੀ ਚੰਨੀ ਸਰਕਾਰ ਦੇ ਵੀ ਟੈਨਸ਼ਨ ਬਤਾ ਦਿੱਤੀ ਹੈ। ਮਿਸਟਰ ਮਲਹੋਤਰਾ, ਤੁਸੀਂ ਇਹ ਚੰਨੀ ਸਾਹਿਬ ਦੀ ਚਿੱਠੀ ਨੂੰ ਜੇ ਇੱਕ ਪਾਸੇ ਰੱਖ ਕੇ ਸੋਚੋ, ਪੰਜਾਬ ਦੇ ਕਿਸਾਨਾਂ ਦਾ, ਖੇਤ ਮਜ਼ਦੂਰਾਂ ਦਾ ਜੇ ਕਰਜ਼ ਮਾਫੀ ਉਹ ਕੇਂਦਰ ਸਰਕਾਰ ਕਰ ਸਕਦੀ ਹੈ ਜਾਂ ਸੂਬਾ ਸਰਕਾਰ ਕਰ ਸਕਦੀ ਹੈ, ਤੁਸੀਂ ਇਹਦਾ ਜਵਾਬ ਦੇ ਸਕਦੇ ਹੋ? ਦੇਖੋ, ਜੇ ਸੂਬਾ ਸਰਕਾਰ ਇਮਾਨਦਾਰ ਹੁੰਦੀ, ਜੇ ਇਸ ਵਿੱਚ ਮਾਫੀਆ ਰਾਜ ਨਾ ਚੱਲ ਰਿਹਾ ਹੁੰਦਾ, ਜੇ ਇਸ ਵਿੱਚ ਕਰਪਸ਼ਨ ਨਾ ਹੁੰਦੀ, ਤਾਂ ਪੰਜਾਬ ਦਾ ਖਜ਼ਾਨਾ ਜਿਹੜਾ ਕਦੋਂ ਦਾ ਭਰ ਗਿਆ ਹੁੰਦਾ। ਮਲਹੋਤਰਾ ਸਾਹਿਬ ਮੈਂ ਤੁਹਾਡੇ ਸਾਰੇ ਮੁੱਦੇ ਨਾਲ ਸਹਿਮਤ ਹਾਂ। ਮਲਹੋਤਰਾ ਸਾਹਿਬ ਤੁਹਾਡੇ ਸਾਰੇ ਮੁੱਦੇ ਸਹਿਮਤ ਹੈ। ਮੇਰਾ ਸਵਾਲ ਹੋਰ ਹੈ ਸਰ, ਮੇਰਾ ਸਵਾਲ ਹੈ ਸਰ, ਕਰਪਸ਼ਨ ਇਹ ਕਰਦੇ ਆ, ਕਰਪਸ਼ਨ ਉਹ ਕਰਦੇ, ਮੈਨੂੰ ਨਹੀਂ ਪਤਾ ਸਰ। ਮੇਰਾ ਸਵਾਲ ਇਹ ਹੈ ਕਿ ਸੂਬਾ ਸਰਕਾਰ ਕਰਜ਼ ਮਾਫ ਕਰ ਸਕਦੀ ਹੈ ਜਾਂ ਕੇਂਦਰ ਨੂੰ ਪੰਜਾਬ ਦਾ ਬਣਦਾ ਹੱਕ ਦਿੱਤਾ ਜਾਣਾ ਚਾਹੀਦਾ। ਸਰ ਮੇਰਾ ਸਵਾਲ ਬੜਾ ਸਿੰਪਲ ਹੈ ਮਲਹੋਤਰਾ ਸਾਹਿਬ। ਦੇਖੋ, ਮੇਰਾ ਜਵਾਬ ਇਹ ਹੈਗਾ ਕਿ ਜਿਹੜਾ ਵੀ ਕੋਈ ਕਿਸਾਨਾਂ ਨਾਲ ਹਮਦਰਦੀ ਰੱਖਦਾ ਹੈ ਉਹ ਮਾਫ ਕਰ ਸਕਦਾ ਹੈ, ਬਸ਼ਰਤੇ ਉਹ ਇਮਾਨਦਾਰ ਹੋਵੇ। ਸਰ ਫਿਰ ਆਪਾਂ ਇਮਾਨਦਾਰੀ ਤੇ ਆ ਗਏ ਸਰ। ਤੁਸੀਂ ਵੀ ਸਰ ਲੋਕਪਾਲ ਤੇ ਤੁਸੀਂ ਅੰਦੋਲਨ ਕੀਤਾ ਸੀਗਾ ਮਲਹੋਤਰਾ ਸਾਹਿਬ, ਕਿੱਥੇ ਹੈ ਲੋਕਪਾਲ ਸਰ? ਤੁਸੀਂ ਮੈਨੂੰ ਦੱਸੋ ਤੁਹਾਡਾ ਖਜ਼ਾਨਾ ਕਿਉਂ ਖਾਲੀ ਹੈ ਸਰ? ਮਲਹੋਤਰਾ ਸਾਹਿਬ ਮੇਰਾ ਸਵਾਲ ਹੋ ਰਿਹਾ ਸਰ। ਮਲਹੋਤਰਾ ਸਾਹਿਬ ਆਪਾਂ ਫਿਰ ਪੋਲਿਟਿਕਸ ਕਰਦੇ ਪਏ ਨਾ, ਆਪਾਂ ਪੰਜਾਬ ਦੀ ਗੱਲ ਨਹੀਂ ਕਰਦੇ ਪਏ। ਜਿਆਦਾ ਕਹਿ ਦੋ ਮੈਂ ਪੋਲਿਟਿਕਸ ਹੀ ਕਰਨੀ ਹੈ, ਪੰਜਾਬ ਦੀ ਗੱਲ ਨਹੀਂ ਕਰਨੀ। ਇਟ ਇਜ਼ ਸਟ੍ਰੇਟ ਟਾਕ। ਹਾਂ, ਇਟ ਇਜ਼ ਸਟ੍ਰੇਟ ਟਾਕ ਕਿ ਕੌਣ ਕਰ ਸਕਦਾ ਹੈ? ਜਿਹੜਾ ਇਮਾਨਦਾਰ ਹੈ ਉਹੀ ਕਰ ਸਕਦਾ, ਜਿਹੜਾ ਬੇਈਮਾਨ ਹੈ। ਇਮਾਨਦਾਰ ਕੌਣ ਹੈ ਮਿਸਟਰ? ਕਾਂਗਰਸ ਸਰਕਾਰ ਇਮਾਨਦਾਰ ਹੈ ਜਾਂ ਮੋਦੀ ਸਰਕਾਰ ਇਮਾਨਦਾਰ ਹੈ? ਜਵਾਬ ਦਿਓ ਸਰ। ਇਮਾਨਦਾਰ ਹੈ। ਹੈ ईमानदार है, केजरीवाल करेगा कि ਤੁਸੀਂ ਇੱਕ ਮਿੰਟ ਪਲੀਜ਼, ਇੱਕ ਮਿੰਟ ਅਮਨਜੋਤ ਜੀ ਇੱਕ ਮਿੰਟ ਪਲੀਜ਼, ਅਮਨਜੋਤ ਜੀ ਇੱਕ ਮਿੰਟ ਪਲੀਜ਼। ਮਲਹੋਤਰਾ ਸਾਹਿਬ, ਮੈਂ ਇਸ ਤੋਂ ਪਹਿਲਾਂ ਤੁਹਾਨੂੰ ਸਵਾਲ ਕੀਤਾ, ਤੁਸੀਂ ਉਦੋਂ ਕਹਿੰਦੇ ਸੀ ਹਜੇ ਪਾਈਪਲਾਈਨ ਚ ਹਜੇ ਕੋਈ ਦੱਸ ਨਹੀਂ ਸਕਦੇ, ਹਾਈ ਕਮਾਂਡ ਨੇ ਤੈਅ ਕਰਨਾ। ਹੁਣ ਤੁਸੀਂ ਇੱਕੋ ਝਟਕੇ ਚ ਕਹਦਾ ਕੇਜਰੀਵਾਲ ਕਰੂਗਾ ਸਰ, ਇਹ ਕਿੱਥੋਂ ਆ ਗਿਆ ਸਰ ਜਵਾਬ? ਦੱਸ ਸਕਦਾ ਮੈਂ ਸਰ, ਮੈਂ ਤੁਹਾਨੂੰ ਸਪੈਸਿਫਿਕਸ ਨਹੀਂ ਕਹਿ ਸਕਦਾ ਵੀ ਅਸੀਂ ਇਹ ਕਰਾਂਗੇ, ਇੰਨਾ ਕੁਝ ਕਰਾਂਗੇ, ਪਰ ਜਿੱਥੇ ਕਰਜ਼ਾ ਮਾਫੀ ਦੀ ਗੱਲ ਹੈਗੀ ਹੈ ਉਹ ਸਿਰਫ ਆਮ ਆਦਮੀ ਪਾਰਟੀ ਹੀ ਕਰ ਸਕਦੀ ਹੈ। ਚਲੋ ਕਮਲਜੀਤ ਬਰਾੜ, ਮੈਂ ਗਲਤ ਸਵਾਲ ਕਰ ਲਿਆ ਆਮ ਆਦਮੀ ਪਾਰਟੀ ਨੂੰ? ਮੈਨੂੰ ਲੱਗਦਾ ਕੇਜਰੀਵਾਲ ਸਰਕਾਰ ਹੀ ਕਰ ਸਕਦੀ, ਨਾ ਕੇਂਦਰ ਕਰ ਸਕਦੀ ਹੈ, ਨਾ ਤੁਹਾਡੀ ਕਾਂਗਰਸ ਸਰਕਾਰ ਕਰ ਸਕਦੀ ਹੈ। ਮਿਸਟਰ ਬਰਾੜ, ਕੇਜਰੀਵਾਲ ਕੀ ਕਰ ਸਕਦਾ ਸਭ ਦੇ ਸਾਹਮਣੇ ਆ। ਕੇਜਰੀਵਾਲ ਮੂਰਖ ਬਣਾਉਣ ਦਾ ਕੰਮ ਕਰੀ ਜਾਂਦਾ ਲਗਾਤਾਰ। ਉਹ ਤਾਂ ਕਹਿੰਦੇ ਤੁਸੀਂ ਮੂਰਖ ਬਣਾਤਾ, ਇਹ ਵਾਅਦਾ ਕਰਕੇ ਉਹ ਤਾਂ ਕਹਿੰਦੇ ਤੁਸੀਂ ਮੂਰਖ ਬਣਾਤਾ। ਕੇਪੀ ਜੀ 2015 ਦਾ ਇਹਨਾਂ ਦਾ ਚੋਣ ਮਨੋਰਥ ਪੱਤਰ ਪੜ੍ਹੀਏ ਤਾਂ ਉਹਨਾਂ ਨੇ ਕਿਹਾ ਸੀ ਮੈਂ 8 ਲੱਖ ਨਵੀਆਂ ਨੌਕਰੀਆਂ ਦੇਵਾਂ, ਹਜੇ ਤੱਕ ਨਹੀਂ ਮਿਲੀ ਆ। 20 ਨਵੇਂ ਕਾਲਜ ਜਿਹੜੇ ਕੇਜਰੀਵਾਲ ਨੇ ਕਿਹਾ ਦਿੱਲੀ 'ਚ ਖੋਲੂ, ਹਜੇ ਤੱਕ ਨਹੀਂ ਬਣੇ। ਮੈਂ ਭਾਜਪਾ ਦੀ ਗੱਲ ਕਰਦਾ, ਬੀਬਾ ਜੀ ਬੈਠੇ ਨੇ ਭਾਜਪਾ ਦੇ ਬੁਲਾਰੇ, ਇਹ ਵੀ ਕਹਿੰਦੇ ਸੀ ਕਿ ਵਾਅਦਾ ਪੰਜਾਬ ਨੇ ਕੀਤਾ 15 ਲੱਖ ਦਾ 15 ਲੱਖ ਖਾਤਿਆਂ 'ਚ ਆਉਣ ਦਾ ਵਾਅਦਾ ਮੋਦੀ ਨੇ ਕੀਤਾ ਸੀ, 2.5 ਲੱਖ ਨੌਕਰੀਆਂ ਦਾ ਮੋਦੀ ਨੇ ਕੀਤਾ, ਉਹ ਤਾਂ ਨਹੀਂ ਪੂਰੇ ਕੀਤੇ। ਚੱਲ ਸਾਡੇ ਨਾ ਕਰੋ, ਉਹ ਪੰਜਾਬ ਦਾ ਕਿਸਾਨ ਮਰ ਰਿਹਾ। ਸਾਰੀਆਂ ਪਾਰਟੀਆਂ ਵਾਲੇ ਬੈਠ ਕੇ ਇਸ ਗੱਲ ਦੀ ਸ਼ਲਾਘਾ ਕਰੋ ਕਿ ਕਿਸੇ ਮੁੱਖ ਮੰਤਰੀ ਨੇ ਪਹਿਲ ਕਦਮੀ ਕੀਤੀ ਹੈ। ਜੇ ਭਾਜਪਾ ਦਾ ਪ੍ਰਧਾਨ ਮੰਤਰੀ, ਮੁਲਕ ਦਾ ਪ੍ਰਧਾਨ ਮੰਤਰੀ ਨੇਪਾਲ ਤੇ ਬੰਗਲਾਦੇਸ਼ ਨੂੰ ਆਰਥਿਕ ਪੈਕੇਜ ਦੇ ਸਕਦਾ ਤੇ ਮੁਲਕ ਲਈ ਸਭ ਤੋਂ ਵੱਧ ਕੁਰਬਾਨੀਆਂ ਕਰਨ ਵਾਲੇ, ਦੇਸ਼ ਦੀ ਆਜ਼ਾਦੀ ਸਭ ਤੋਂ ਵੱਡਾ ਯੋਗਦਾਨ ਪਾਉਣ ਵਾਲੇ ਪੰਜਾਬ ਨੂੰ ਆਰਥਿਕ ਪੈਕੇਜ ਕਿਉਂ ਨਹੀਂ ਦਿੱਤਾ ਜਾਂਦਾ? ਸਵਾਲ ਇਹ ਆ, ਜੇ ਤੁਹਾਡਾ ਪ੍ਰਧਾਨ ਮੰਤਰੀ ਅੰਬਾਨੀਆਂ ਅਡਾਨੀਆਂ ਦਾ ਜੇ ਲਲਿਤ ਮੋਦੀ ਵਰਗਿਆਂ ਨੂੰ ਭਜਾ ਸਕਦਾ, ਵਿਜੇ ਮਾਲੀਆ ਵਰਗਿਆਂ ਦਾ ਪੈਸਾ ਮਾਫ ਕਰ ਸਕਦਾ, ਤੇ ਕਿਸਾਨਾਂ ਦਾ ਕਿਉਂ ਨਹੀਂ ਕਰ ਸਕਦਾ? ਕਿਉਂ ਕਿਸਾਨਾਂ ਨੂੰ ਇਗਨੋਰ ਕਰ ਰਹੇ ਹੋ? ਦੇਸ਼ ਦੀ ਦੇਖੋ, ਆਜ਼ਾਦੀ ਤੋਂ ਬਾਅਦ ਦੇਸ਼ ਨੂੰ ਅੰਨ ਦੀ ਲੋੜ ਸੀ, ਦੇਸ਼ ਭੁੱਖਾ ਮਰ ਰਿਹਾ ਸੀ। ਸਭ ਤੋਂ ਵੱਧ ਪੈਦਾਵਾਰ ਪੰਜਾਬ ਨੇ ਕੀਤੀ, ਜਿਹਦੇ ਕਰਕੇ ਇਹ ਗਿਰਾਵਟ ਆਈ ਆ। ਜੇ ਪੰਜਾਬ ਸਿਰ ਕਰਜ਼ਾ ਚੜਿਆ ਤਾਂ ਸਾਰੀਆਂ ਸਿਆਸੀ ਧਿਰਾਂ ਨੂੰ ਇਲਜ਼ਾਮਬਾਜ਼ੀ ਤੋਂ ਪਾਸੇ ਉੱਠ ਕੇ ਇਸ ਕਦਮ ਦੀ ਸ਼ਲਾਘਾ ਕਰਨੀ ਚਾਹੀਦੀ ਹੈ ਕਿ ਸਰਦਾਰ ਚਰਨਜੀਤ ਸਿੰਘ ਚੰਨੀ ਨੇ
ਚਿੱਠੀ ਲਿਖੀ ਹੈ ਤੇ ਚੰਗਾ ਕਦਮ ਹੈ। ਚਲੋ ਇਹਦੀ ਸ਼ਲਾਘਾ ਕਰੋ। ਠੀਕ ਹੈ। ਅਮਨਜੋਤ ਕੌਰ ਜੀ, ਤੁਸੀਂ ਪੰਜਾਬ ਲਈ ਕੁਝ ਅਪੀਲ ਕਰ ਸਕਦੇ ਹੋ ਕੇਂਦਰ ਦੀ ਸਰਕਾਰ ਨੂੰ? ਤੁਹਾਡੀ ਐਡੀ ਵੱਡੀ ਲੀਡਰਸ਼ਿਪ ਹੈ, ਤੁਹਾਡਾ ਤਾਂ ਐਡਾ ਵੱਡਾ ਸਿਆਸੀ ਪਿਛੋਕੜ ਹੈ ਅਮਨਜੋਤ ਕੌਰ ਜੀ, ਤੁਸੀਂ ਤਾਂ ਪੰਜਾਬ ਦੇ ਹਾਲਾਤਾਂ ਨੂੰ ਚੰਗੀ ਤਰ੍ਹਾਂ ਸਮਝਦੇ ਹੋ। ਦੇਖੋ ਜੀ, ਮੋਦੀ ਸਾਹਿਬ ਨੇ ਹਮੇਸ਼ਾ ਕਿਸਾਨਾਂ ਨੂੰ ਆਪਦਾ ਭਰਾ ਤੇ ਬੀਜੇਪੀ ਸਰਕਾਰ ਆਪਦੀ ਰੀੜ੍ਹ ਦੀ ਹੱਡੀ ਮੰਨਦੀ ਆ। ਇਸੇ ਕਰਕੇ ਉਹਨਾਂ ਨੇ ਕਿਸਾਨਾਂ, ਪਹਿਲੀ ਵਾਰ ਇਤਿਹਾਸ 'ਚ ਹੋਇਆ ਕਿ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਗਏ ਔਰ 1 ਲੱਖ ਕਰੋੜ ਰੁਪਏ ਦਾ ਕਰਜ਼ਾ ਵੀ ਮਾਫ ਹੋਇਆ। ਅਮਨਜੋਤ ਜੀ ਆਪਾਂ ਉਹ ਗੱਲਾਂ ਦੁਹਰਾ ਰਹੇ। ਅਮਨਜੋਤ ਜੀ, ਤੁਸੀਂ ਕਹਿ ਰਹੇ ਹੋ ਕਿਸਾਨਾਂ ਨੂੰ ਭਰਾ ਮੰਨਦੇ ਆ। ਮੇਰਾ ਸਵਾਲ ਤਾਂ ਲੈ ਲਓ ਅਮਨਜੋਤ ਕੌਰ ਜੀ, ਸਵਾਲ ਤਾਂ ਲੈ ਲਓ ਨਾ। 1 ਮਿੰਟ, ਸਵਾਲ ਤਾਂ ਲੈ ਲਓ ਨਾ। 700 ਕਿਸਾਨ ਮਰ ਗਏ, 700 ਕਿਸਾਨ ਮਰ ਗਏ, ਅਫਸੋਸ ਦਾ ਇੱਕ ਸ਼ਬਦ ਨਹੀਂ ਆਇਆ। ਤੁਸੀਂ ਕਹਿੰਦੇ ਭਰਾ ਹੈ ਕਿਸਾਨ ਸਾਡੇ। 1 ਮਿੰਟ, ਤੁਸੀਂ ਮੈਨੂੰ ਤਾਂ ਫਿਨਿਸ਼ ਕਰਨ ਦਿਓ। ਹਾਂ, ਬੋਲੋ ਤੁਸੀਂ ਜੀ, ਮੈਨੂੰ ਫਿਨਿਸ਼ ਕਰਨਾ ਸਪੀਕ, ਤੁਸੀਂ ਇੰਟਰਪਟ ਕਰਦੇ ਹੋ। ਦੁਨੀਆ ਵਿੱਚ ਕਿਸਾਨਾਂ ਨੂੰ ਸਭ ਤੋਂ ਵੱਧ ਜ਼ਰੂਰਤ ਹੁੰਦੀ ਹੈ ਕਿ ਉਹਨਾਂ ਦੀ ਫਸਲ ਡੈਮੇਜ ਹੋ ਜਾਂਦੀ ਹੈ, ਉਹਨੂੰ ਬੀਮਾ ਮਿਲੇ। ਔਰ ਇਹ ਮੋਦੀ ਸਰਕਾਰ ਨੇ ਹੀ ਪਹਿਲੀ ਵਾਰ ਕੀਤਾ ਕਿ ਕਿਸਾਨਾਂ ਦੀਆਂ ਫਸਲਾਂ ਨੂੰ ਬੀਮਾ ਬਣੇਗਾ ਔਰ ਕਾਰਡ ਬਣਾਏ ਗਏ ਆ ਔਰ ਇੰਨੀ ਸਬਸਿਡੀ ਦੇ ਰਹੀ ਆ। ਹੁਣ ਮੈਂ ਜ਼ਰੂਰ ਆਪਣੇ ਵੱਲੋਂ ਕਹੂੰਗੀ ਕਿ ਜੇ ਸਾਡੇ ਭਾਈ ਕਿਸਾਨਾਂ ਨੂੰ ਕੋਈ ਚੀਜ਼ ਚਾਹੀਦੀ ਆ, ਮੈਨੂੰ ਇਹ ਅਵੇਅਰਨੈਸ ਹੋਵੇ ਔਰ ਮੈਂ ਉੱਥੇ ਜਾ ਕੇ ਜ਼ਰੂਰ ਡਿਮਾਂਡ ਕਰੂੰਗੀ। ਆਪਣੀ ਪਾਰਟੀ ਨੂੰ ਮੈਂ ਜ਼ਰੂਰ ਵੱਡਿਆਂ ਨੂੰ ਕਹਿ ਸਕਦੀ ਆ, ਕਿਉਂਕਿ ਮੈਂ ਤਾਂ ਮੈਂਬਰ ਪਾਰਲੀਮੈਂਟ ਨਹੀਂ ਹੈ ਕਿ ਉੱਥੇ ਬੋਲ ਸਕਦੀ ਆ, ਪਰ ਮੈਂ ਅੱਗੇ ਸੁਨੇਹਾ ਜ਼ਰੂਰ ਦੇ ਸਕਦੀ ਆ। ਚਲੋ, ਥੈਂਕ ਯੂ ਜੀ। ਤੁਸੀਂ ਬਿੱਲ ਵਾਪਸੀ ਦੀ ਗੱਲ ਕਹੀ ਸੀ ਮੋਦੀ ਸਾਹਿਬ ਨੂੰ, ਭਾਜਪਾ ਦੇ ਬੁਲਾਰੇ ਨੂੰ ਤਾਂ ਪੁੱਛ ਲਓ ਵੀ ਹੁਣ ਅੱਗੇ ਕਹਿਣ ਦੀਆਂ ਗੱਲਾਂ ਕਰਦੇ, ਪਿੱਛੇ ਬਿੱਲ ਵਾਪਸੀ ਦੀ ਗੱਲ ਕਹੀ ਸੀ। ਨਹੀਂ ਆ ਕਿ ਮੈਂ ਤੋਮਰ ਸਾਹਿਬ ਕੋਲ ਜਾ ਕੇ ਆਈ। ਚਲੋ ਠੀਕ ਹੈ ਅਮਨਜੋਤ ਜੀ, ਆਪਾਂ ਆਪਸੀ ਡਿਬੇਟ ਵਿੱਚ ਪਾ ਜਾਾਂਗੇ। ਉਹ ਤਾਂ ਮਿਸਟਰ ਮੋਦੀ ਨੇ ਆਪ ਫੈਸਲਾ ਕੀਤਾ, ਸਾਰਿਆਂ ਨੂੰ ਪਤਾ। ਡਾਟਾ ਕਰ ਠੀਕ ਰਿਕੁਐਸਟ ਜ਼ਰੂਰ ਕੀਤੀ ਆ, ਬਿਲਕੁਲ ਤੁਹਾਡੀ ਸਹੀ ਗੱਲ ਆ। ਉਹਨਾਂ ਨੇ ਆਪ ਫੈਸਲਾ ਕੀਤਾ ਔਰ ਖੁਦ ਕ੍ਰੈਡਿਟ ਲਿਆ, which is very good। ਚਲੋ ਡਾਟਾ ਕਰ ਹੁਣ ਮਸਲੇ ਦਾ ਹੱਲ ਕੀ ਹੈ? ਆਮ ਆਦਮੀ ਪਾਰਟੀ ਕਹਿੰਦੀ ਹੈ ਇਮਾਨਦਾਰ ਸਰਕਾਰ ਹੀ ਕਰ ਸਕਦੀ ਹੈ। ਉਹ ਕਹਿੰਦੇ ਕਰਪਸ਼ਨ ਬਹੁਤ ਜ਼ਿਆਦਾ, ਇਹਨਾਂ ਦਾ ਆਪਦਾ ਖਜ਼ਾਨਾ ਭਰਿਆ ਹੁੰਦਾ ਤਾਂ ਇਹ ਫਿਰ ਕੋਈ ਮਸਲੇ ਦਾ ਹੱਲ ਕਰਦੇ। ਹਰ ਮਸਲੇ 'ਤੇ ਸਰ ਕਰਪਸ਼ਨ ਵਾਲਾ ਸਵਾਲ ਹੁੰਦਾ ਡਾਕਟਰ ਗਰਗ। ਇਹਦੇ 'ਤੇ ਜਿਹੜਾ ਨੀਤੀਗਤ ਵਾਲਾ ਸਵਾਲ ਹੈ ਉਹਦਾ ਜਵਾਬ ਮੈਨੂੰ ਮਿਲਦਾ ਨਹੀਂ ਪਿਆ ਡਾਕਟਰ ਗਰਗ। ਦੇਖੋ, ਸਾਡੀਆਂ ਸਿਆਸੀ ਪਾਰਟੀਆਂ ਅਸੀਂ ਕਹੀ ਜੋ ਮਰਜ਼ੀ ਜਾਈਏ, ਉਹ ਗਹਿਨ ਅਧਿਐਨ ਛੱਡ ਗਈਆਂ ਕਿ ਸਮੱਸਿਆ ਕੀ ਹੈ, ਉਹਦਾ ਹੱਲ ਕਿਵੇਂ ਕਰਨਾ ਹੈ, ਤੇ ਉਹਦੇ 'ਚ ਸਿੱਧਾ ਕਹਿਣ ਤੋਂ ਡਰਦੀਆਂ ਨੇ। ਵਿਰੋਧੀ ਪਾਰਟੀਆਂ ਕਈ ਵਾਰ ਡਰਦੀਆਂ ਨੇ। ਸਿੱਧਾ ਸਮੱਸਿਆ ਇਸ ਗੱਲ ਦੀ ਹੈ ਕਿ ਕੇਂਦਰ ਨੇ ਸੂਬਿਆਂ ਦੇ ਚਾਹੇ ਟੈਕਸ ਲਾਉਣ ਦੇ ਅਧਿਕਾਰ ਸੀ, ਚਾਹੇ ਉਹਨਾਂ ਦੇ ਟਰਾਂਸਪੋਰਟ ਦੇ ਅਧਿਕਾਰ ਸੀ, ਚਾਹੇ ਉਹਨਾਂ ਦੇ ਪਾਣੀ ਦੇ ਅਧਿਕਾਰ ਸੀ, ਚਾਹੇ ਖੇਤੀ ਦੇ ਅਧਿਕਾਰ ਸੀ, ਚਾਹੇ ਕਾਨੂੰਨ ਦੇ ਅਧਿਕਾਰ ਸੀ, ਉਹ ਅਧਿਕਾਰ ਇੱਕ ਤੱਕ ਖੋਲੇ। ਦੂਜੀ ਗੱਲ, ਕੇਂਦਰ ਦੀਆਂ ਵੱਖ-ਵੱਖ ਸਰਕਾਰਾਂ ਨੇ ਇਹੋ ਜਿਹੀਆਂ ਨੀਤੀਆਂ ਲਾਗੂ ਕਰੀਆਂ ਜਿਹਦੇ ਨਾਲ ਸੂਬਿਆਂ ਦੇ ਵਿੱਚ ਐਕਸਟ੍ਰੀਮਿਜ਼ਮ ਜਾਂ ਇਹੋ ਜਿਹੀ ਲਾਅ ਐਂਡ ਆਰਡਰ ਦੀਆਂ ਸਮੱਸਿਆਵਾਂ ਪੈਦਾ ਹੋਈਆਂ। ਫਿਰ ਇਹਨੂੰ ਹੈਂਡਲ ਕਰਨ ਵਾਸਤੇ ਫੌਜ ਭੇਜ ਕੇ ਕਹਿੰਦਾ ਇਹਦਾ ਪੈਸਾ ਸਾਨੂੰ ਤੁਸੀਂ ਦਿਓ। ਇਹ ਅੱਗੇ ਅੰਗਰੇਜ਼ ਕਰਦਾ ਸੀ, ਕਿਸੇ ਪਿੰਡ ਚੌਕੀ ਬਿਠਾ ਦਿੰਦਾ ਸੀ, ਨਾਲ ਕਹਿੰਦਾ ਜੇ ਪੈਸੇ ਦਿਓ ਸਾਨੂੰ, ਨਾਲੇ ਚੌਕੀ ਵਾਲੇ ਖਿਲਾਫ ਕਰਦੇ ਸੀ। ਇਹਨਾਂ ਗੱਲਾਂ ਦੇ ਉੱਤੇ ਕਿ ਜਿਹੜੇ ਸੰਵਿਧਾਨ 'ਚ ਸਾਨੂੰ ਹੱਕ ਮਿਲੇ ਹੋਏ ਨੇ, ਉਹ ਹੱਕ ਮੰਗਣ ਵਾਸਤੇ ਨਾ ਕਾਂਗਰਸ ਬੋਲਦੀ ਹੈ, ਨਾ ਆਪ ਬੋਲੇਗੀ, ਨਾ ਅਕਾਲੀ ਪਹਿਲਾਂ ਬੋਲਦੇ ਸੀ ਉਹ ਛੱਡ ਗਏ, ਨਾ ਬੀਜੇਪੀ ਬੋਲੇਗੀ। ਕਿਉਂਕਿ ਉਹ ਹੱਕਾਂ ਤੋਂ ਬਿਨਾਂ, ਤੁਹਾਡੇ ਕੋਲ ਹੱਕ ਹੀ ਨਹੀਂ ਹੈਗਾ, ਕਰੋਗੇ ਕੀ? ਜਿੰਨਾ ਕੁ ਤੁਹਾਡੇ ਕੋਲ ਹੈ। ਫਿਰ ਅਗਲੀ ਗੱਲ, ਦੂਜਾ ਇਹ ਹੈ ਵੀ ਅਸੀਂ ਇੱਕ ਦੂਜੇ ਸੂਬੇ ਨੂੰ, ਠੀਕ ਹੈ ਪੋਲੀਟੀਕਲ ਪਾਰਟੀਆਂ ਨੇ ਆਪਦਾ ਕਰਨਾ ਹੈ, 6 ਲੱਖ ਕਰੋੜ ਦੀ ਸਬਸਿਡੀ ਐਕਸਾਈਜ਼ ਡਿਊਟੀ ਤੇ ਹੋਰ ਕੇਂਦਰੀ ਕਰਾਂ ਦੇ ਵਿੱਚ ਵੱਡੇ ਧੰਨਾ ਸੇਠਾਂ ਹਰ ਸਾਲ ਦਿੱਤੀ ਜਾਂਦੀ ਹੈ। ਉਹ ਮਨਮੋਹਨ ਸਿੰਘ ਸਰਕਾਰ ਵੀ ਦੇ ਰਹੀ ਸੀ, ਉਦੋਂ ਦੀ ਸ਼ੁਰੂ ਹੋਈ ਹੈ, ਇਹਨਾਂ ਨੇ ਉਦੋਂ ਵਧਾਤੀ ਹੈ। 1 ਲੱਖ ਕਰੋੜ ਜੇ ਤੁਸੀਂ ਉਹਨਾਂ ਧੰਨਾ ਸੇਠਾਂ ਨੂੰ ਕਾਰਪੋਰੇਟ ਟੈਕਸ 30 ਤੋਂ 25 ਕਰਤਾ, ਉਹ ਵੱਡੇ ਕਾਰਪੋਰੇਟ ਨੂੰ ਮਿਲਣਾ ਨਾ, ਉਹ ਤਾਂ ਗਰੀਬਾਂ ਨੂੰ ਤੁਸੀਂ ਰੋਟੀ ਨਹੀਂ ਦੇ ਰਹੇ। ਸੋ ਇਸ ਕਰਕੇ ਸਾਡੀ ਜਿਹੜੇ ਪੈਸਾ ਇਕੱਠਾ ਹੁੰਦਾ ਨਾ ਉਹਦੀ ਨਿਆਂ ਸੰਗਤ, ਕਿਉਂਕਿ ਬਹੁਤੇ ਬੰਦੇ ਜਿਹੜੇ ਪੋਲੀਟੀਕਲ ਪਾਰਟੀਆਂ 'ਚ ਆ ਰਹੇ ਨੇ, ਕੌਣ ਨੇ ਜਿਹੜੇ ਜਾਂ ਮੁਲਾਜ਼ਮ ਨੇ ਜਾਂ ਪਹਿਲਾਂ ਮੁਲਾਜ਼ਮ ਰਹੇ ਨੇ ਜਾਂ ਹੋਰ ਮੁਲਾਜ਼ਮਾਂ ਤੇ ਤਾਂ ਸਾਰਾ ਬਜਟ ਖਰਚ ਹੋ ਰਿਹਾ ਪੰਜਾਬ ਦਾ। ਪੰਜਾਬ ਦਾ 49,865 ਕਰੋੜ ਰੁਪਇਆ ਇਕੱਠਾ ਹੋਇਆ ਪਿਛਲੇ ਫਾਈਨੈਂਸ਼ੀਅਲ ਈਅਰ 'ਚ ਜੀ। 39,500 ਕਰੋੜ ਪੈਨਸ਼ਨਾਂ ਤੇ ਸੈਲਰੀ 'ਚ ਗਿਆ। ਜੇ ਆ ਜਿਹੜਾ ਹੁਣ ਕਮਿਸ਼ਨ ਮਿਲਿਆ ਇਹਨੂੰ ਵਿੱਚ ਜੋੜ ਦਾਂਗੇ, 15% ਵਾਧਾ ਦੇਣਾ ਜੀ, 11% ਡੀਏ ਦੀਆਂ ਕਿਸ਼ਤਾਂ ਦੇਤੀਆਂ, ਇਹ 55,000-54,000 ਕਰੋੜ ਬਣ ਜੂਗਾ। ਆਏਗਾ ਪੈਸਾ। ਟੋਟਲ ਰੈਵਨਿਊ ਜਿਹੜੀ ਰਸੀਟ ਹੈ 72,703 ਕਰੋੜ ਰੁਪਏ ਦੀ ਕਹੀ ਗਈ ਹੈ। ਉਹਦੇ ਵਿੱਚੋਂ
68000 ਕਰੋੜ ਰੁਪਇਆ 3 ਮਦਾਂ ਤੇ ਲੱਗ ਗਿਆ। ਸਾਡੇ ਬਜਟ ਦੀਆਂ ਫਿਗਰ ਨੇ 39000 ਕਰੋੜ ਪੈਨਸ਼ਨਾਂ ਤੇ ਤਨਖਾਹਾਂ ਤੇ, 27317 ਕਰੋੜ ਤਨਖਾਹਾਂ ਤੇ, 11000 ਆਪਣਾ 770 ਕਰੋੜ ਪੈਨਸ਼ਨਾਂ ਤੇ, 10,316 ਕਰੋੜ ਬਿਜਲੀ ਦੀ ਸਬਸਿਡੀ ਤੇ, 4-5 ਸੈਕਟਰਾਂ ਨੂੰ ਜਿਹੜੀ ਮਿਲਦੀ ਹੈ, ਦਲਤਾਂ ਨੂੰ ਮਿਲਦੀ ਹੈ, ਜਿਹਨੂੰ ਮਿਲਦੀ ਹੈ, ਇੰਡਸਟਰੀ ਹੈ, OBC ਨੂੰ ਮਿਲਦੀ ਹੈ, BPL ਨੂੰ ਮਿਲਦੀ ਹੈ। 30,000 ਕਰੋੜ ਵਿਆਜ ਤੇ ਡੈਟ ਸਰਵਿਸਿੰਗ ਨਹੀਂ ਮੈਂ ਗੱਲ ਕਰ ਰਿਹਾ। ਠੀਕ ਹੈ। ਜੇ ਤੁਹਾਡਾ ਇਹਨਾਂ 3 ਮਦਾਂ ਦੇ ਉੱਤੇ ਸਾਰਾ ਰੈਵਨਿਊ ਉੱਡ ਜਾਣਾ ਹੈ, ਬਾਕੀ 4 ਦੇ ਪਾ ਲਓ, ਕੋਕੇ ਪਾ ਲਓ, ਸੜਕਾਂ ਬਣਾ ਲਓ, ਸਕੂਲ ਬਣਾ ਲਓ, ਹਸਪਤਾਲ ਬਣਾ ਲਓ, ਦਵਾਈਆਂ ਮੁਫਤ ਦੇ ਲਓ, ਵਰਦੀਆਂ ਮੁਫਤ ਦੇ ਲਓ, ਕੀ ਕਰੋਗੇ? ਤਾਂ ਇਹਨੂੰ ਅਸੀਂ ਐਡਰੈਸ ਨਹੀਂ ਕਰ ਰਹੇ, ਅਸੀਂ ਉਲਟਾ ਕਹੀ ਜਾਂਦੇ ਹਾਂ ਤੁਹਾਨੂੰ ਆ ਵੀ ਦੇ ਦਾਂਗੇ, ਆ ਵੀ ਦੇ ਦਾਂਗੇ, ਆ ਵੀ ਦੇ ਦਾਂਗੇ। ਇਹ ਬੜਾ ਮਹੱਤਵਪੂਰਨ ਵਿਸ਼ਾ ਤੁਸੀਂ ਚੱਕਿਆ। ਅਸੀਂ ਪੁੱਛਿਆ ਪਿਛਲੀਆਂ ਚੋਣਾਂ ਵੇਲੇ ਸਾਰੀਆਂ ਪਾਰਟੀਆਂ ਨੂੰ ਬੁਲਾ ਕੇ ਵੀ ਦੱਸੋ ਕਿਵੇਂ ਕਰੋਗੇ? ਨਹੀਂ ਸਾਨੂੰ ਪਤਾ ਅਸੀਂ ਕਰ ਲਾਂਗੇ। ਮੈਨੂੰ ਇੱਕ ਆਖਰਾ ਹੁਣ ਵੀ ਸਾਰੇ ਇਹੀ ਕਹਿੰਦੇ ਪਿਆ, ਹੁਣ ਵੀ ਸਾਰੇ ਇਹੀ ਕਹਿੰਦੇ ਪਿਆ, ਦੱਸੋ ਕਰੋਗੇ ਕਿਵੇਂ? ਹੁਣ ਵੀ ਸਾਰੇ ਇਹੀ ਕਹਿੰਦੇ ਪਏ ਕਰ ਲਾਂਗੇ ਜੀ, ਕਰ ਲਾਂਗੇ। ਮੈਂ ਛੋਟਾ ਬ੍ਰੇਕ ਲੈ ਲਵਾਂ, ਵਾਪਸ ਆ ਕੇ ਸਵਾਲ ਲੈਣਾ। ਮੈਂ ਡਾਕਟਰ ਗਰਗ ਆ ਰਿਹਾ, ਤੁਹਾਡੇ ਕੋਲ ਆ ਰਿਹਾ। ਸਵਾਲ ਬਹੁਤ ਸਾਰੇ ਹੈਗੇ, ਡਾਕਟਰ ਗਰਗ ਨੇ ਬੜੇ ਅਹਿਮ ਬਿੰਦੂ ਚੱਕ ਲਿਆ ਤੇ ਉਹਦੇ ਵਿੱਚ ਇੱਕ ਮੈਨੂੰ ਪੁਆਇੰਟ ਮਿਲ ਗਿਆ, ਵਾਪਸ ਆ ਕੇ ਉਸੇ ਪੁਆਇੰਟ ਤੇ ਗੱਲ ਕਰਾਂਗਾ। ਤੇ ਸਵਾਲ ਇੱਕੋ ਹੀ ਪੁੱਛ ਰਹੇ ਸੀ ਕਿ ਬੈਕਫੁੱਟ ਤੇ ਮੋਦੀ ਸਰਕਾਰ ਨੇ ਪੰਜਾਬ 'ਚ ਚੰਨੀ ਸਰਕਾਰ ਦੀ ਵੀ ਟੈਨਸ਼ਨ ਵਧਾਈ ਹੈ। ਅਮਨਜੋਤ ਜੀ, ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹ ਰਿਹਾ ਸੀਗਾ ਕਿ ਜਿਹੜਾ ਚੋਣ ਮੈਨੀਫੈਸਟੋ ਹੈ ਉਹ ਲੀਗਲ ਡਾਕੂਮੈਂਟ ਹੋਣਾ ਚਾਹੀਦਾ? ਮੈਨੂੰ ਸੁਣਦਾ ਨਹੀਂ, ਦੁਬਾਰਾ ਪੜੋ। ਮੈਂ ਕਹਿ ਰਿਹਾ ਸੀਗਾ ਚੋਣ ਮੈਨੀਫੈਸਟੋ ਲੀਗਲ ਡਾਕੂਮੈਂਟ ਹੋਣਾ ਚਾਹੀਦਾ, ਬੀਜੇਪੀ ਦੀ ਕੀ ਰਾਏ ਹੈ? ਬਿਲਕੁਲ, ਚੋਣ ਮੈਨੀਫੈਸਟੋ ਲੀਗਲ ਡਾਕੂਮੈਂਟ ਹੋਣਾ ਚਾਹੀਦਾ। ਬੀਜੇਪੀ ਦੀ ਰਾਏ ਤਾਂ ਮੈਨੂੰ ਪਤਾ ਨਹੀਂ ਕੀ ਆ, ਪਰ ਮੇਰੀ ਆਪਣੀ ਰਾਏ ਆ, ਕਿਉਂਕਿ ਜੋ ਮੈਂ ਬੀਜੇਪੀ ਦੀ ਰਾਏ ਪੁੱਛ ਰਿਹਾ ਅਮਨਜੋਤ ਜੀ, ਬੀਜੇਪੀ ਦੀ ਰਾਏ ਪੁੱਛ ਰਿਹਾ। ਤਾਂ ਅਕਾਲੀ ਦਲ ਵੀ ਰਾਏ ਦਿੰਦਾ ਹੈ, ਤੁਹਾਡੀ ਏਡੀ ਵੱਡੀ ਪਾਰਟੀ, ਏਡੀ ਵੱਡੀ ਧਿਰ ਹੈ, ਤੁਸੀਂ ਉੱਥੇ ਡਿਮਾਂਡ ਕਰੋ ਨਾ। ਤਾਂ ਮੈਂ ਬੀਜੇਪੀ ਦੀ ਰਾਏ ਪੁੱਛ ਰਿਹਾ, ਮੈਂ ਅਮਨਜੋਤ ਕੌਰ ਰਾਮੂ ਵਾਲੀ ਦੀ ਰਾਏ ਨਹੀਂ ਪੁੱਛ ਰਿਹਾ। ਠੀਕ ਹੈ ਜੀ, ਮੇਰੇ ਖਿਆਲ ਹੋਣਾ ਚਾਹੀਦਾ ਜੀ, ਜ਼ਰੂਰ ਲੀਗਲ ਡਾਕੂਮੈਂਟ ਹੋਣਾ ਚਾਹੀਦਾ। ਬੀਜੇਪੀ ਇਹ ਡਿਮਾਂਡ ਕਰਦੀ ਹੈ, ਬੀਜੇਪੀ ਨੂੰ ਲੱਗਦਾ ਕਿ ਲੀਗਲ ਡਾਕੂਮੈਂਟ ਹੋਣਾ ਚਾਹੀਦਾ? ਮੈਂ ਕੁਝ ਕਹਿ ਨਹੀਂ ਸਕਦੀ, ਆਮ ਸੌਰੀ ਫॉर दैट। ਚਲੋ ਕੋਈ ਗੱਲ ਨਹੀਂ। ਮਿਸਟਰ ਮਲਹੋਤਰਾ, ਲੀਗਲ ਡਾਕੂਮੈਂਟ ਹੋਣਾ ਚਾਹੀਦਾ ਮੈਨੀਫੈਸਟੋ? 100% ਬਿਲਕੁਲ ਹੋਣਾ ਚਾਹੀਦਾ। ਆਮ ਆਦਮੀ ਪਾਰਟੀ ਦੀ ਇਹ ਡਿਮਾਂਡ ਹੈਗੀ ਹੈ, ਔਰ ਜੇ ਰੱਬ ਨੇ ਮੌਕਾ ਦਿੱਤਾ ਤਾਂ ਅਸੀਂ ਇਹਨੂੰ ਬਣਾਵਾਂਗੇ। ਚਲੋ ਠੀਕ ਹੈ। ਕਮਲ ਜੀ ਬਰਾੜ, ਲੀਗਲ ਡਾਕੂਮੈਂਟ ਹੋਣਾ ਚਾਹੀਦਾ, ਤਾਂ ਹੀ ਤੁਹਾਨੂੰ ਪਤਾ ਲੱਗੂਗਾ ਵਾਅਦਾ ਕਿਵੇਂ ਕਰਨਾ ਤੇ ਕਿਸ ਤਰ੍ਹਾਂ ਕਰਨਾ। ਫਿਰ ਤੁਸੀਂ ਲੀਗੈਲਿਟੀ ਵੀ ਚੈੱਕ ਕਰੋਗੇ, ਭਾਈ ਅਸੀਂ ਕੇਂਦਰ ਸਰਕਾਰ ਨੂੰ ਲੂਪ ਵਿੱਚ ਲਈਏ ਕਿ ਨਾ ਲਈਏ, ਜਾਂ ਆਪਦੇ ਕੋਲ ਹੀ ਵਾਅਦਾ ਕਰ ਦਈਏ, ਗਿਣਤੀ ਮਿਣਤੀ ਫਿੱਟ ਰੱਖੀਏ। ਫਿਰ ਕਮਲ ਜੀ ਬਰਾੜ। ਬਿਲਕੁਲ ਕੇਪੀ ਜੀ, ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਆ। ਚਾਦਰਾਂ ਤੋਂ ਬਿਨਾਂ ਪੈਰ ਪਸਾਰੋਗੇ ਤਾਂ ਪੈਰ ਨੰਗੇ ਜਾਂ ਸਿਰ ਨੰਗਾ। ਹੁਣ ਨਵਜੋਤ ਸਿੰਘ ਸਿੱਧੂ ਜੀ ਨੇ 18 ਨੁਕਾਤੀ ਏਜੰਡਾ ਜਿਹੜਾ ਕੱਢਿਆ, ਜਿਹੜਾ ਆਮਦਨ ਦਾ ਸੋਰਸ ਦਿਖਾ ਰਹੇ ਆ ਵੀ ਇੰਨੀ ਆਮਦਨ ਆਊਗੀ ਤਾਂ ਫੇਰ ਆ ਚੀਜ਼ਾਂ ਪੂਰੀਆਂ ਹੋਣਗੀਆਂ। ਇਸ ਤਰ੍ਹਾਂ ਹੀ ਸੂਬਾ ਸਰਕਾਰ ਚਲਾਈ ਜਾ ਸਕਦੀ ਆ। ਪਰ ਜਿਹੜੀ ਗੱਲ ਇਹ ਜਿਹੜਾ ਅੱਜ ਦਾ ਸਵਾਲ ਉੱਠਿਆ ਹੋਇਆ ਨਾ, ਉਹ ਸਵਾਲ ਦੇ ਉੱਤੇ ਇਹ ਗੱਲ ਆ ਵੀ ਪੰਜਾਬ ਨੇ ਹਿੰਦੁਸਤਾਨ ਦੀ, ਭਾਰਤ ਦੀ ਰਾਖੀ ਕੀਤੀ ਆ। ਬਰਾੜ ਸਾਹਿਬ ਤੁਸੀਂ ਠੀਕ ਕਹਿ ਰਹੇ। ਬਰਾੜ ਸਾਹਿਬ ਇੱਕ ਸਵਾਲ ਮੈਨੂੰ ਕਰ ਲੈਣ ਦਿਓ। ਬਰਾੜ ਸਾਹਿਬ, ਮੈਨੂੰ ਜ਼ਰੂਰੀ ਲੱਗਦਾ ਤੁਹਾਡੇ ਤੋਂ ਸਵਾਲ ਪੁੱਛਣਾ ਇਹ। ਕੈਪਟਨ ਅਮਰਿੰਦਰ ਸਿੰਘ ਨੇ ਫਸਾਤਾ ਮਿਸਟਰ ਚੰਨੀ ਨੂੰ, ਕਿਸਾਨਾਂ ਨੇ ਫਸਾਤਾ ਕਿਉਂਕਿ ਅੰਦੋਲਨ ਕਰਕੇ ਮਿਸਟਰ ਮੋਦੀ ਨੂੰ ਬੈਕਫੁੱਟ ਤੇ ਹੋਣਾ ਪਿਆ, ਜਾਂ ਇਸ ਪੂਰੇ ਮਾਮਲੇ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਨੇ ਫਸਾਤਾ ਤੁਹਾਨੂੰ? ਨਹੀਂ ਕੇਪੀ ਜੀ, ਫਸਣ ਵਾਲੀ ਗੱਲ ਕਿੱਥੇ ਆ? ਇਹ ਸਾਡਾ ਅਧਿਕਾਰ ਖੇਤਰ ਆ। ਦੇਖੋ GST ਕੇਂਦਰ ਲਿਜਾਂਦਾ, ਇਨਕਮ ਟੈਕਸ ਕੇਂਦਰ ਲਿਜਾਂਦਾ, ਤੁਸੀਂ ਇਹ ਦੇਖੋ ਵੀ ਕਸਟਮ ਕੇਂਦਰ ਕੋਲ ਜਾਂਦਾ, ਸਾਰੇ ਇਨਕਮ ਵਾਲੇ ਸੋਰਸਸ ਦਾ ਕੇਂਦਰ ਕੋਲ। ਸਾਡਾ ਹੱਕ ਕਿਉਂ ਨਹੀਂ ਬਣਦਾ ਕੇਂਦਰ ਤੋਂ ਮੰਗਣ ਦਾ? ਫਸੇ ਨਹੀਂ ਹੈਗੇ, ਅਸੀਂ ਆਪ ਦਾ ਹੱਕ ਮੰਗ ਰਹੇ ਹਾਂ। ਨਹੀਂ ਤੁਸੀਂ ਹੱਕ ਮੰਗੋ ਕਮਲ ਜੀ ਬਰਾੜ, ਹੱਕ ਮੰਗੋ, ਤੁਸੀਂ ਮੈਨੀਫੈਸਟੋ ਤੇ ਮਾਫੀ ਮੰਗ ਲਓ, ਭਾਈ ਅਸੀਂ ਗਲਤ ਵਾਅਦਾ ਕਰ ਲਿਆ। ਨਹੀਂ ਮੈਨੀਫੈਸਟੋ ਵਾਲੀ ਮਾਫੀ ਨਹੀਂ। ਅਸੀਂ ਦੇਖੋ, ਮੈਂ ਗੱਲ ਕਰਦਾ, ਇਹ ਪੰਜਾਬ ਦਾ ਪਹਿਲਾ ਸੂਬਾ ਹੈ। ਕਾਂਗਰਸ ਦੀ ਸਰਕਾਰ ਨੇ ਕਰੋੜਾਂ ਰੁਪਈਆ, ਮੈਂ ਅੱਗੇ ਦੱਸਿਆ 2707 ਕਰੋੜ ਰੁਪਈਆ ਕਰਜ਼ਾ ਮਾਫ ਕਰਿਆ ਏ। ਇਹ ਨਹੀਂ ਹੈਗੀ ਗੱਲ ਕਿ ਕਰਜ਼ਾ, ਇਹ ਪਹਿਲੀ ਸਰਕਾਰ ਹੈ। 4600 ਤੋਂ ਵੱਧ ਕਰੋੜ ਤੁਸੀਂ ਦਾਵਾ ਕਰਦੇ ਹੋ, 526 ਕਰੋੜ ਤੁਸੀਂ ਖੇਤ ਮਜ਼ਦੂਰਾਂ ਦੀ ਗੱਲ ਕਰਦੇ ਹੋ, ਬੇਜ਼ਮੀਨਾਂ ਦੀ। ਹਾਂ ਅਮਨਜੋਤ ਜੀ ਬੋਲੋ ਅਮਨਜੋਤ ਜੀ ਬੋਲੋ, ਫਟਾਫਟ ਪਲੀਜ਼। ਮੈਂ ਕਹਿ ਰਹੀ ਹਾਂ ਕੇਂਦਰ ਸਰਕਾਰ ਤੋਂ ਮੰਗਣਾ ਹੱਕ ਹੈ, ਮੰਗੋ। ਵਾਅਦਾ ਤਾਂ ਤੁਸੀਂ ਕੀਤਾ, ਤੁਸੀਂ ਕਿਉਂ ਵਾਅਦਾ ਕੀਤਾ? ਨੌਕਰੀ 15 ਲੱਖ ਖਾਤਿਆਂ ਚ ਆਊਗਾ। ਇੱਕ ਮਿੰਟ ਕਮਲ ਜੀ ਇੱਕ ਮਿੰਟ ਸੁਣ ਲੈਣ ਦੋ ਉਹਨਾਂ ਦੀ ਗੱਲ, ਸੁਣ ਲੈਣ ਦੋ ਕਮਲ ਜੀ, ਇੱਕ ਮਿੰਟ ਸੁਣ ਲੈਣ ਦੋ ਨਾ ਗੱਲ। ਹਾਂ ਬੋਲੋ ਅਮਨਜੋਤ ਜੀ ਬੋਲੋ। ਹਾਂ ਬੋਲੋ। ਮੈਂ ਕਹਿ ਰਹੀ ਹਾਂ ਕਿ ਚਾਦਰ ਵੇਖ ਕੇ ਹੀ ਪੈਰ ਪਸਾਰਨੇ ਚਾਹੀਦੇ ਸੀ। ਉਦੋਂ ਤਾਂ ਫਟਾਫਟ ਗੁਟਕਾ ਸਾਹਿਬ ਵੀ ਚੁੱਕ ਲਿਆ, ਸੌਂ ਵੀ ਖਾ ਲਈ, ਵਾਅਦੇ ਵੀ ਕਰ ਲਏ। ਅਮਨਜੋਤ ਜੀ ਤੁਹਾਡੇ ਸਵਾਲ ਬੜੇ ਵਾਜਬ ਹੈ, ਮੈਂ ਉਹਨਾਂ ਸਵਾਲਾਂ ਤੇ ਮੈਨੂੰ ਕੋਈ ਕਿੰਤੂ ਨਹੀਂ ਹੈਗਾ,
ਪਰ ਮੇਰਾ ਸਵਾਲ ਇਹ ਹੈ ਜਿਹੜਾ ਕਾਰਪੋਰੇਟ ਦਾ ਤੁਸੀਂ ਮਾਫ ਕੀਤਾ 6 ਮਹੀਨਿਆਂ ਦਾ, ਮੈਂ ਤਾਂ ਡਾਟਾ ਦੱਸ ਰਿਹਾ, ਡਾਟਾ ਕਰੋ ਤਾਂ ਬਹੁਤ ਵੱਡਾ ਡਾਟਾ ਲਈ ਬੈਠੇ ਆ। ਮੇਰੇ ਕੋਲ ਤੁਹਾਡਾ ਲੋਕ ਸਭਾ ਵਿੱਚ ਜਿਹੜਾ ਤੁਸੀਂ ਹੁਣ ਬਿਆਨ ਦਿੱਤਾ ਆ ਜਿਹੜਾ ਸੈਸ਼ਨ ਚੱਲਦਾ ਪਿਆ 46,382 ਕਰੋੜ ਰੁਪਇਆ ਕਾਰਪੋਰੇਟਸ ਦਾ ਕੀਤਾ, ਕਿਸਾਨਾਂ ਦਾ ਵੀ ਕੁਝ ਕਰ ਲਓ। ਮੈਂ ਤਾਂ ਇਹ ਸਵਾਲ ਕਰ ਰਿਹਾ। 1 ਲੱਖ ਕਰੋੜ ਰੁਪਇਆ ਕਿਸਾਨਾਂ ਦਾ ਵੀ ਕਰਜ਼ਾ ਮਾਫ ਕਰ ਚੁੱਕੀ ਹੈ ਕੇਂਦਰ ਸਰਕਾਰ। ठीक है, लास्ट टेक मिस्टर मल्होत्रा, लास्ट टेक ਤੁਹਾਡਾ। ठीक है अमनजोत जी, अपने को वक्त नहीं आम आदमी पार्टी टेक ले लवां एक। ਕਿਹੜੇ ਮਾਡਲ ਦੀ ਗੱਲ ਕਰੋਗੇ ਇੱਥੇ? ਦਿੱਲੀ ਮਾਡਲ ਦੀ ਗੱਲ ਕਰੋਗੇ ਇਸ ਮੁੱਦੇ ਤੇ ਵੀ ਮਿਸਟਰ ਮਲਹੋਤਰਾ? ਅਸੀਂ ਇਮਾਨਦਾਰੀ ਦੇ ਮਾਡਲ ਦੀ ਗੱਲ ਕਰਾਂਗੇ। ਅੱਛਾ, ਇਮਾਨਦਾਰੀ ਨਾਲ ਸਰਕਾਰ ਚਲੇ ਤਾਂ ਸਾਰੇ ਮਸਲੇ ਹੱਲ ਹੋ ਜਾਂਦੇ ਹੈ। ਚਲੋ, ਕਦੀ ਸਰਕਾਰ ਦੀ ਜੇਬ ਖਾਲੀ ਨਹੀਂ ਰਹਿ ਸਕਦੀ। ਚਲੋ ਠੀਕ ਜਿਹੜੀ ਭਾਜਪਾ ਵਾਲੀ ਗੱਲ ਕਰ ਰਹੇ ਹੈਗੇ ਹੈ, ਇਹ ਜਿਹੜੇ ਕਾਰਪੋਰੇਟ ਦੇ ਮਾਫ ਕਰਦੇ ਆ, ਇਸ ਕਰਕੇ ਕਰਦੇ ਆ ਕਿ ਕਾਰਪੋਰੇਟ ਤੋਂ ਰਿਸ਼ਵਤ ਖਾਂਦੇ ਆ। ਔਰ ਕਾਂਗਰਸ ਵਾਲਿਆਂ ਨੇ ਵੀ ਜਿਹੜੇ ਬਿਜਲੀ ਲੋਕਾਂ ਨੂੰ ਨੌਕਰੀਆਂ ਮਿਲਦੀਆਂ, ਕਾਰਪੋਰੇਟ ਨੂੰ ਤਕੜਾ ਕਰਨਾ ਪੈਂਦਾ ਤਾਂ ਕਿ ਆਪਾਂ ਰੁਕ ਜੀ ਹੁਣ ਆਪਾਂ ਰੁਕ ਜੀ। ਕਾਂਗਰਸ ਵਾਲੇ ਜਿਹੜੇ ਕਹਿੰਦੇ ਕਿ ਜੀਐਸਟੀ ਤੇ ਇਨਕਮ ਟੈਕਸ ਸੈਂਟਰ ਲੈ ਜਾਂਦਾ ਹੈ, ਪਰ ਜਿਹੜਾ ਮਾਫੀਆ ਵਾਲਾ ਪੈਸਾ ਹੈਗਾ ਔਰ ਕਰਪਸ਼ਨ ਦਾ ਪੈਸਾ ਉਹ ਤਾਂ ਕਾਂਗਰਸ ਨੂੰ ਜਾਂਦਾ ਹੈ। ਚਲੋ, ਜੇ ਇਹ ਸਭ ਬੰਦ ਹੋ ਜਾਏ ਤਾਂ ਖਜ਼ਾਨਾ ਭਰ ਜਾਏ ਆਪੇ। ਚਲੋ ਡਾਟਾ ਕਰ ਆਪਾਂ ਹੁਣ ਡਿਬੇਟ ਸਮਾਪਤ ਕਰੀ। ਡਾਟਾ ਕਰ ਦਾ ਟੇਕ ਲਵਾਂਗਾ ਮੈਂ 2 ਮਿੰਟ। ਡਾਟਾ ਕਰ ਤੁਹਾਡੇ ਕੋਲੇ ਹੈ? ਡਾਟਾ ਕਰ ਇਸ ਪੂਰੇ ਮੁੱਦੇ ਨੂੰ ਸਿਰਫ ਅਸੀਂ ਪੋਲੀਟੀਕਲ ਰੰਗਤ ਨਾਲ ਹੀ ਦੇਖਿਆ ਜਾਵੇ, ਪੰਜਾਬ ਦੇ ਪੁਆਇੰਟ ਆਫ ਵਿਊ ਨਾਲ ਕੋਈ ਦੇਖਣਾ ਨਹੀਂ ਚਾਹ ਰਿਹਾ। ਦੇਖੋ ਇਹੀ ਸਾਡਾ ਦੁਖਾਂਤ ਹੈ ਅਸਲ 'ਚ। ਅਸੀਂ ਪੰਜਾਬੀ ਹੋ ਕੇ ਅਸੀਂ ਪੋਲੀਟੀਕਲ ਪਾਰਟੀਆਂ ਵਾਲੇ ਪਹਿਲਾਂ, ਜਿਵੇਂ ਅਸੀਂ ਭਾਰਤੀ ਹੋ ਕੇ ਅਸੀਂ ਹਿੰਦੂ ਸਿੱਖ ਮੁਸਲਮਾਨ ਈਸਾਈ ਕਈ ਵਾਰ ਪਹਿਲਾਂ ਬਣਦੇ ਆ, ਇਸੇ ਤਰ੍ਹਾਂ ਅਸੀਂ ਪੰਜਾਬੀ ਹੋ ਕੇ ਪੰਜਾਬੀ ਹੋਣ ਦੀ ਬਜਾਏ ਦੂਜੇ ਬਣਦੇ ਆ। ਅਸੀਂ ਜਿਹੜਾ ਮੁੱਦਾ ਇੱਕ ਦੂਜੇ ਵੀ ਕਰਪਸ਼ਨ ਹੈ ਜੀ, ਫਲਾਣਾ ਹੈ ਜੀ, ਕਰਪਸ਼ਨ ਦੂਰ ਹੋ ਗਈ ਦੇਸ਼ ਚੋਂ? ਕਿਹੜਾ ਸੂਬੇ ਕਰੇਗਾ ਫਿਰ? ਕਹਿਣ ਨੂੰ ਜਿੰਨਾ ਮਰਜ਼ੀ ਕਹਿ ਦੋ, ਕਹਿਣ ਨੂੰ ਬੜਾ ਸੌਖਾ ਹੈ, ਕੋਈ ਔਖਾ ਨਹੀਂ। ਆਪਣੀ ਗੱਲ ਪੂਰੀ ਕਰਨ ਦਿਓ। ਦੂਜੀ ਗੱਲ ਤੁਸੀਂ ਬੋਲੋ ਪਹਿਲਾਂ। ਨਹੀਂ ਡਾਟਾ ਕਰ ਬੋਲੋ ਪਲੀਜ਼, ਬੋਲੋ। ਤਾਂ ਦੂਜੀ ਗੱਲ ਇਹ ਹੈ, ਇੱਕ ਲੰਗਰ ਲਾਉਣ ਵਾਸਤੇ ਕਿਸਾਨ ਆਉਂਦਾ ਹੈ, ਕਿਸਾਨਾਂ ਦਾ ਹਮਦਰਦ ਆਉਂਦਾ ਹੈ, ਜਿਹੜਾ ਪੰਜਾਬ ਦੀ ਹੈ ਉਹਦੀ ਤਾਂ ਇਹਨੂੰ ਪਤਾ ਲੱਗ ਜਾਂਦਾ ਵੀ ਇਹ ਹਵਾਈ ਜਹਾਜ਼ ਤੋਂ ਉਤਰ ਗਿਆ, ਉਹਨੂੰ ਕਰ ਦਿਓ ਵਾਪਸ। ਜਿਹਦੇ ਮਾਲੀਆ ਹੋਰੀ ਉੱਠਦੇ ਨੇ ਉਹਦੇ ਪਤਾ ਹੀ ਨਹੀਂ ਲੱਗਦਾ, ਉਧਰ ਚਲੇ ਗਏ ਕਰਜ਼ਾ ਦਵਾ ਕੇ। ਆ ਹੁਣ ਬੈਂਕਾਂ ਨੂੰ, ਇਹ ਬੈਂਕ ਦੇ ਵਿੱਚ ਮੇਰੇ ਖਿਆਲ ਬੈਕਗ੍ਰਾਉਂਡ ਹੈ ਇਹਨਾਂ ਦੀ, ਬੈਂਕਾਂ ਲੱਖ ਕਰੋੜ ਦੀ ਐਨਪੀ ਕਹਿੰਦੇ ਵੀ ਜਾਂ ਤਾਂ ਇਨਫਿਊਜ਼ ਕਰੋ ਜਾਂ ਬੈਂਕਾਂ ਨੂੰ ਮਰਜ ਫਲਾਣਾ। ਹੁਣ ਸੀਤਾਰਮਨ ਜੀ ਦਾ ਬਿਆਨ ਹੈ, ਤੁਸੀਂ ਹਰ ਬੈਂਕਾਂ ਨੂੰ ਪੈਸਾ ਕਾਹਦਾ ਦੇ ਰਹੇ ਹੋ? ਬੈਂਕ ਦਾ ਕਰਜ਼ਾ ਕਿਸਾਨਾਂ ਦਾ ਨਹੀਂ ਮਾਰਿਆ ਜਾ ਰਿਹਾ, ਬੈਂਕਾਂ 'ਚ ਪੈਸਾ ਵੱਡਾ ਇੰਡਸਟਰੀਅਲਿਸਟ ਕਾਰਪੋਰੇਟ ਮਾਰ ਰਿਹਾ ਹੈ। ਕਿ ਬੈਂਕਾਂ ਨੂੰ, ਬੈਂਕ ਦੀ ਚੇਅਰਪਰਸਨ ਸੀ SBI ਦੀ, ਜਿੱਦੇ ਨੋਟਬੰਦੀ ਹੋਈ ਹੈ 53,000 ਕਰੋੜ ਰੁਪਇਆ ਆ ਗਿਆ, ਕਹਿੰਦੀ ਸਾਨੂੰ ਤਾਂ ਸਾਹ ਆ ਗਈ, ਸਾਡਾ ਤਾਂ ਦੁਬਾਰਾ ਨਿਕਲੇ ਪਿਆ ਸੀ। ਬੈਂਕ ਦੀ ਚੇਅਰਪਰਸਨ ਨੇ ਕਿਹਾ, SBI ਜੀ ਨੇ। ਸੋ ਮੈਂ ਤਾਂ ਕਹਿਣਾ ਵੀ ਅਸੀਂ ਪੰਜਾਬ ਦੇ ਹੱਕਾਂ ਨੂੰ ਮੰਗਣ ਦੀ ਬਜਾਏ, ਜਿੰਨਾ ਚਿਰ ਸਾਡੇ ਹੱਕ ਨਹੀਂ ਮਿਲਣਗੇ ਉਹਨਾਂ ਚਿਰ ਅਸੀਂ ਇੱਧਰ ਦੀਆਂ ਉੱਧਰ ਦੀਆਂ, ਆਪਦੇ ਹੱਕ ਹੋਣਗੇ ਆਪਦਾ ਸਿਰ ਆਪੇ ਗੁੰਦਾਂਗੇ, ਭੁੱਖੇ ਰਹਾਂਗੇ, ਕਰਾਂਗੇ, ਆਪਦੇ ਲੋਕਾਂ ਨੂੰ ਸਮਝਾ ਲਾਂਗੇ, ਪਰ ਅਸੀਂ ਆਪਦਾ ਆਪੇ ਕਰ ਰਹੇ ਹੋਵਾਂਗੇ। ਜਿਹੜਾ ਸਾਡਾ ਸੈਂਟਰ ਚੋਂ ਹਿੱਸਾ ਬਣਦਾ ਹੈ ਉਹ ਅਸੀਂ ਲਵਾਂਗੇ। ਬਸ ਆ ਗਿਆ। ਚਲੋ ਬਹੁਤ ਧੰਨਵਾਦ ਡਾਟਾ ਕਰ ਤੁਹਾਡਾ। ਕਮਲਜੀਤ ਬਰਾੜ ਤੁਹਾਡਾ ਬਹੁਤ ਧੰਨਵਾਦ। ਅਮਨਜੋਤ ਕੌਰ ਰਾਮੋਲੀਆ ਤੁਹਾਡਾ ਬਹੁਤ ਧੰਨਵਾਦ। ਮਿਸਟਰ RPS ਮਲਹੋਤਰਾ ਤੁਹਾਡਾ ਬਹੁਤ ਧੰਨਵਾਦ। ਸਾਰੇ ਮਹਿਮਾਨਾਂ ਨੇ ਆਪਦੀ ਦੀ ਗੱਲ ਰੱਖੀ ਹੈਗੀ ਆ। ਕੁਝ ਸਵਾਲ ਅਸੀਂ ਕੀਤੇ, ਉਹਨਾਂ ਦੇ ਜਵਾਬ ਕਿੰਨੇ ਸਿੱਧੇ ਮਿਲੇ ਤੁਹਾਡੇ ਸਾਹਮਣੇ ਪਿਆ। ਪਰ ਇਸ ਪੂਰੇ ਮਾਮਲੇ ਤੇ ਜੇ ਪੋਲਿਟਿਕਸ ਤੋਂ ਉੱਪਰ ਉੱਠ ਕੇ ਸੋਚਣਾ ਤਾਂ ਫਿਰ ਪੰਜਾਬ ਦੇ ਹਿੱਤਾਂ ਦੀ ਗੱਲ ਹੋਗੀ, ਪੰਜਾਬ ਦੇ ਹੱਕਾਂ ਦੀ ਗੱਲ ਹੋਗੀ। ਜੇ ਸਿਰਫ ਪੋਲਿਟਿਕਸ ਕਰਨੀ ਹੈ, ਸਿਆਸਤ ਕਰਨੀ ਹੈ, ਸੌੜੀ ਸਿਆਸਤ ਕਰਨੀ ਹੈ, ਫਿਰ ਤੁਹਾਡੀ ਮਰਜ਼ੀ। ਪੰਜਾਬ ਤੁਹਾਡੇ ਫੋਕਸ ਤੇ ਹੈ ਜਾਂ ਨਹੀਂ? ਕਿਸਾਨ ਨੂੰ ਤੁਸੀਂ ਅੱਜ ਵੀ ਵੋਟ ਬੈਂਕ ਮੰਨਦੇ ਪਏ ਹੋ ਜਾਂ ਕਿਸਾਨ ਤੁਹਾਡਾ ਫੋਕਸ ਹੈਗਾ 2022 ਦੇ ਲਈ? ਇਹ ਆਉਣ ਵਾਲੇ ਸਮਝ ਪਤਾ ਲੱਗ ਜੂਗਾ। ਪਰ ਹੁਣ ਅਸੀਂ ਸਵਾਲ ਕੀਤਾ ਸੀਗਾ ਚੰਨੀ ਸਰਕਾਰ ਟੈਨਸ਼ਨ 'ਚ ਤਾਂ ਹੈਗੀ। ਬਹੁਤ ਧੰਨਵਾਦ।